ਸੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋ ਧਰਾ ਧਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹੋ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਰਪਤ ਰਾਜੇ ਜੇਤ ਕਰਾਨੇ, ਔਰ ਹਰ ਖੇਰਨ ਮਿਟਿਓ ਜ ਮਹਾਨੇ। ਜੇਰਡ ਸਤ ਖਵਾਜਾ ਰਜ ਵਜੀਦ, ਵਹਿਰ ਗੁਰੂ ਕੀ ਰਖੀ ਰਸੀਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਅੰਤਰਯਾਮੀ ਗੁਰੂ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਜਿਨ੍ਹਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੇਅੰਤ ਕਿਰਪਾ ਹੈ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਸੰਗਤ ਦੀਆਂ ਘੜੀਆਂ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਸਮੂਹ ਸਾਧ ਸੰਗਤ ਨਿਤਾ ਪ੍ਰਤੀ ਸ਼ਹੀਦਾਂ ਦਾ ਇਤਿਹਾਸ ਸਰਵਣ ਕਰਨ ਦੇ ਲਈ ਦਰਬਾਰ ਦੇ ਅੰਦਰ ਇਕੱਤਰਿਤ ਹੁੰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋ ਜੰਗ ਦੀ ਕਥਾ ਹੈ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਉਹ ਕਥਾ ਪ੍ਰਸੰਗ ਅਸੀਂ ਸਾਰੀ ਸੰਗਤ ਰਲ ਕੇ ਵਿਚਾਰ ਰਹੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ 7 ਮਹੀਨੇ ਘੇਰਾ ਰਿਹਾ। ਘੇਰਾ ਰਹਿਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਵਕੀਲ ਆਉਂਦੇ ਨੇ ਪਹਾੜੀ ਰਾਜਿਆਂ ਦੇ। ਦਿੱਲੀ ਦੇ ਖਵਾਜਾ ਮਰਦੂਦ ਦੇ, ਜ਼ੇਰ ਦਸਤ ਖਾਨ ਦੇ, ਵਜ਼ੀਰ ਖਾਨ ਦੇ, ਭੀਮ ਚੰਦ ਦੇ,
ਕਿਹਾ ਮਹਾਰਾਜ ਤੁਸੀਂ ਕਿਲ੍ਹਾ ਛੱਡ ਦਿਓ। ਜੇ ਆਪ ਜੀ ਕਿਲ੍ਹਾ ਛੱਡ ਦਿਓਗੇ ਅਨੰਦਪੁਰ ਸਾਹਿਬ ਦਾ ਤੇ ਅਸੀਂ ਤੁਹਾਨੂੰ ਇੱਧਰੋਂ ਬਿਲਕੁਲ ਠੀਕ ਠਾਕ ਜਾਣ ਦਾ ਮੌਕਾ ਦੇਵਾਂਗੇ, ਤੁਹਾਡੇ ਨਾਲ ਕੁਝ ਹੇਰ ਫੇਰ ਨਹੀਂ ਕਰਾਂਗੇ। ਸਿੰਘਾਂ ਨੇ ਵੀ ਕਿਹਾ ਮਹਾਰਾਜ ਚਲੋ ਇਹ ਗਊ ਦੀ ਕਸਮ ਖਾ ਰਹੇ ਨੇ, ਠਾਕੁਰਾਂ ਦੀ ਕਸਮ ਖਾ ਰਹੇ ਨੇ, ਕੁਰਾਨ ਦੀ ਕਸਮ ਖਾ ਰਹੇ ਨੇ, ਅਸੀਂ ਚਲੇ ਹੀ ਜਾਂਦੇ ਹਾਂ। ਮਹਾਰਾਜ ਕਹਿੰਦੇ ਮੈਨੂੰ ਇਹਨਾਂ ਦੀ ਕਸਮਾਂ ਤੇ ਇਤਬਾਰ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਪੰਮੇ ਪੁਰੋਹਿਤ ਨਾਮ ਦੇ ਪੁਰੋਹਿਤ ਨੂੰ ਕਿਹਾ ਵੀ ਸਾਨੂੰ 5000 ਗੱਡੇ ਮੰਗਵਾ ਕੇ ਦਿਓ, ਸਿੰਘਾਂ ਨੂੰ ਦਿਖਾਣਾ ਸੀ ਵੀ ਇਹ ਝੂਠੀ ਕਸਮਾਂ ਖਾਂਦੇ ਨੇ। ਉਹ ਗੱਡਿਆਂ ਦੇ ਉੱਤੇ ਅਨੰਦਪੁਰ ਸਾਹਿਬ ਦੀ ਜਿੰਨੇ ਹੱਡੀਆਂ, ਮਾਸ, ਜਾਨਵਰਾਂ ਦੇ ਹੋਰ ਬਿੱਖ ਸੀਗੀ, ਘੋੜਿਆਂ ਦੀ ਲਿੱਦ ਸਾਰੀ ਲਦਵਾ ਕੇ ਜਦੋਂ ਕਿਲੇ ਤੋਂ ਬਾਹਰ ਦੁਸ਼ਾਲੇ ਪਵਾ ਕੇ ਭੇਜੀ ਗੜਬਹਿਲਾਂ ਤੇ, ਉਹਨਾਂ ਨੂੰ ਪਹਾੜੀ ਰਾਜਿਆਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਮਹਾਰਾਜ ਨੇ ਉੱਪਰੋਂ ਅਟਾਰੀ ਤੋਂ ਦਿਖਾਇਆ, ਸਿੰਘੋ ਦੇਖੋ ਤੁਸੀਂ ਕਹਿੰਦੇ ਸੀ ਇਹਨਾਂ ਤੇ ਇਤਬਾਰ ਕਰ ਲਓ, ਇਤਬਾਰ ਯੋਗ ਨਹੀਂ ਨੇ, ਨਾ ਤੁਰਕ ਤੇ ਨਾ ਪਹਾੜੀ, ਕਿਉਂਕਿ ਜਿਹੜੇ ਪੱਥਰਾਂ ਨੂੰ ਪੂਜਦੇ ਨੇ ਉਹਨਾਂ ਦੀ ਮੱਤ ਵੀ ਪੱਥਰਾਂ ਵਰਗੀ ਹੋ ਗਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਸਾਰੀ ਵਾਰਤਾਲਾਪ ਅਗਲੇ ਦਿਨ ਸਵੇਰੇ ਉਹਨਾਂ ਨੇ ਆਪਣੇ ਖੋਲੇ, ਜਿੱਥੇ ਜਿੱਥੇ ਜਿੰਨੇ ਧਨ ਲੁਕਾਇਆ ਸੀ, ਕਿਸੇ ਨੇ ਮੰਦਰਾਂ ਦੇ ਥੱਲੇ, ਕਿਸੇ ਨੇ ਰਸੋਈ ਵਾਲੀ ਜਗ੍ਹਾ ਤੇ, ਕਿਸੇ ਨੇ ਕਿਤੇ ਧਨ ਛੁਪਾਇਆ ਸੀ, ਜਦੋਂ ਦੇਖਿਆ ਖੋਲ ਕੇ ਵੀ 10ਵੇਂ ਪਾਤਸ਼ਾਹ ਮਹਾਰਾਜ ਦਾ ਧਨ ਨਹੀਂ, ਉਹ ਤਾਂ ਬਿੱਖ ਅਸੀਂ ਘਰ ਲੈ ਆਏ ਹਾਂ। ਆਪਣੇ ਧਰਮ ਤੋਂ ਵੀ ਹਾਰੇ, ਗੁਰੂ ਤੋਂ ਬਚਨ ਵੀ ਹਾਰ ਗਏ, ਗੁਰੂ ਸਾਹਿਬ ਮਹਾਰਾਜ ਦੇ ਅੱਗੇ ਝੂਠੇ ਵੀ ਪਏ। ਤੇ ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਤਾਂ ਤਰਵਾਸ ਦਿੱਤੀ ਵੀ ਦੇਖੋ ਅਸੀਂ ਤੁਹਾਨੂੰ ਜੋ ਗੱਲ ਕਹਿੰਦੇ ਸੀ ਵੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹ ਕਸਮਾਂ ਦੀ ਪਰਵਾਹ ਨਹੀਂ ਕਰਦੇ ਹੁੰਦੇ, ਕਿਉਂਕਿ ਧਾਰਮਿਕ ਲੋਕ ਦਿਲ ਦੇ ਬੜੇ ਮਾਸੂਮ ਹੁੰਦੇ ਨੇ। ਉਹਨਾਂ ਨੂੰ ਉਹ ਤੁਹਾਡੇ ਵਰਗੇ ਮਾਸੂਮ ਸਿੰਘਾਂ ਨੂੰ, ਮਾਤਾ ਗੁਜਰੀ ਨੂੰ ਆਪਣੇ ਵਰਗਲਾਵੇ 'ਚ ਲੈ ਲਿਆ ਇਹਨਾਂ ਨੇ, ਤੁਸੀਂ ਇਹਨਾਂ ਦੀ ਕਸਮਾਂ ਤੇ ਇਤਬਾਰ ਕਰ ਲਿਆ, ਪਰ ਸਾਨੂੰ ਇਹਨਾਂ ਤੇ ਇਤਬਾਰ ਨਹੀਂ ਸੀਗਾ, ਅਸੀਂ ਤੁਹਾਨੂੰ ਦਿਖਾ ਦਿੱਤਾ ਹੈ। ਹੁਣ ਤੇ ਤੁਸੀਂ ਜਿੱਦ ਨਹੀਂ ਕਰੋਗੇ ਕਿਲ੍ਹਾ ਛੱਡਣ ਦੀ। ਸਿੰਘ 7 ਮਹੀਨੇ ਤੋਂ ਭੁੱਖੇ ਪਿਆਸੇ ਰੁਕਣ ਲਈ ਤਿਆਰ ਹੋ ਗਏ। ਦੂਜੇ ਪਾਸੇ ਜਿਹੜੇ ਵਕੀਲ ਸੀਗੇ ਉਹ ਸਾਰੇ ਇਕੱਠੇ ਹੋ ਕੇ 10ਵੇਂ ਪਾਤਸ਼ਾਹ ਮਹਾਰਾਜ ਕੋਲ ਅੱਜ ਆ ਰਹੇ ਨੇ। ਉਹ ਵਕੀਲ ਕੀ ਬੇਨਤੀ ਕਰਦੇ ਨੇ, ਆਓ ਸਰਵਣ ਕਰੀਏ ਪ੍ਰੇਮ ਦੇ ਨਾਲ ਸੰਗਤ ਜੀ। ਵਾਹਿਗੁਰੂ ਗੁਰਮੰਤਰ ਉਚਾਰਦੇ ਹੋਏ ਕਥਾ ਦਾ ਸਰਵਣ ਕਰੀਏ, ਕਿਉਂਕਿ ਜਿਹੜਾ ਵਿਅਕਤੀ ਹਿਰਦੇ ਦੇ ਅੰਦਰ ਵਾਹਿਗੁਰੂ ਮੰਤਰ ਉਚਾਰਦੇ ਕਥਾ ਸੁਣਦਾ ਹੈ, ਇਹ ਗੱਲ ਤਾਂ ਪੱਕੀ ਹੈ ਕਿ ਉਹ ਅੱਗੇ ਜਨਮ ਮਰਨ ਦੀ ਜੂਨੀਆਂ ਤੋਂ ਰਹਿਤ ਹੋ ਜਾਵੇਗਾ। ਆਪਣੀ ਕਿਰਤ ਦੇ ਉੱਤੇ ਵਾਹਿਗੁਰੂ ਮੰਤਰ ਹਿਰਦੇ ਵਿੱਚ ਜਪਣਾ, ਸੰਗਤ ਵਿੱਚ ਬੈਠ ਕੇ ਹਿਰਦੇ ਦੇ ਅੰਦਰ ਵਾਹਿਗੁਰੂ ਮੰਤਰ ਜਪਣਾ, ਇਹ ਗੱਲ ਜਾਣ ਲੈਣਾ ਕਿ ਤੁਹਾਡੇ ਪੁਰਾਣੇ ਭਾਗ ਜਾਗ ਚੁੱਕੇ ਨੇ, ਸ਼ੁਭ ਕਰਮ ਜਾਗ ਗਏ ਨੇ, ਹੁਣ ਤੁਸੀਂ ਮੁਕਤੀ ਦੇ ਬਹੁਤ ਨਜ਼ਦੀਕ ਹੋ। ਜਿਹੜਾ ਵਿਅਕਤੀ ਵਾਹਿਗੁਰੂ ਮੰਤਰ ਨੂੰ ਹਿਰਦੇ 'ਚ ਚਿਤਾਰ ਲੈਂਦਾ ਹੈ, ਉਸਦੇ ਨਾ ਹੀ ਕੇਵਲ ਇਸ ਸੰਸਾਰ ਦੇ ਦੁੱਖ ਦੂਰ ਹੋ ਜਾਂਦੇ ਨੇ, ਪਰ ਪਰਲੋਕ ਦਾ ਰਾਹ ਵੀ ਖੁੱਲ ਜਾਂਦਾ ਹੈ। ਵਾਹਿਗੁਰੂ ਮੰਤਰ ਨੂੰ ਖਾਲਸਾ ਜੀ ਸਦਾ ਹੀ ਹਿਰਦੇ 'ਚ ਵਸਾ ਕੇ ਰੱਖੀਏ, ਉਚਾਰਨ ਕਰਦੇ ਰਹੀਏ। ਆਓ ਪ੍ਰੇਮ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਨਾਲ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀ। ਬਿਨਾ ਅੰਨ ਤੇ ਪਏ ਲਚਾਰ। ਮਹਾਰਾਜ ਕਿਹਾ ਪਹਾੜੀ ਰਾਜਿਓ, ਤੁਸੀਂ ਸਾਡੇ ਭੁੱਖੇ ਪਿਆਸੇ ਸਿੰਘਾਂ ਦੇ ਉੱਤੇ ਧਨ ਲੁੱਟ ਕੇ ਦਿਖਾ ਦਿੱਤਾ ਵੀ ਜਦੋਂ ਅਸੀਂ ਕਿਲ੍ਹਾ ਛੱਡਾਂਗੇ ਤੁਸੀਂ ਸਾਡੇ ਉੱਤੇ ਹਮਲਾ ਦੁਬਾਰਾ ਕਰੋਗੇ। ਉਹਨਾਂ ਕਿਹਾ ਮਹਾਰਾਜ ਨਹੀਂ ਕਰਾਂਗੇ। ਮਹਾਰਾਜ ਕਿਹਾ ਤੇ ਭੁੱਖੇ ਪਿਆਸੇ ਲਾਚਾਰ ਸੀਗੇ, ਹੇ ਸਿੰਘੋ ਤੁਹਾਡੀ ਲਾਚਾਰੀ ਦਾ ਇਹ ਫਾਇਦਾ ਉਠਾਣਗੇ। ਹੁਣ ਤੁਹਾਡੇ ਅੰਦਰ ਬਲ ਨਹੀਂ ਹੈ, ਇਹ ਤੁਹਾਡੇ ਤੇ ਹਮਲਾ ਕਰਨਗੇ। ਇੱਕ ਗੁਰ ਦਰਸ਼ਨ ਕੇ ਆਧਾਰ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਇਹਨਾਂ ਦੇ ਹਿਰਦੇ 'ਚ ਸੀਗੀ। ਕਿਹਾ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਇਲਾਵਾ ਹੋਰ ਕਿਸੇ ਗੱਲ ਤੇ ਭਰੋਸਾ ਨਹੀਂ ਬਚ ਰਿਹਾ। ਹੁਣ ਸੰਕਟ ਸਹਿ ਕਸੇ ਕਟ ਰਹਾ। ਮਹਾਰਾਜ ਸੰਕਟ ਦਾ ਸਮਾਂ ਹੈ,
ਬਹੁਤ ਜ਼ਿਆਦਾ ਸੰਕਟ ਅਸੀਂ ਆਪਣੇ ਸਰੀਰ ਤੇ ਭੋਗ ਰਹੇ ਹਾਂ। ਆਯੁਧ ਧਰੇ ਰੇ ਪੁਨ ਕੋ ਲਹੈ। ਜੇ ਜੰਗ ਲੜਦੇ ਆ ਤੇ ਜੰਗ ਲੜਨ ਦੀ ਵੀ ਸਾਡੇ ਅੰਦਰ ਹਿੰਮਤ ਨਹੀਂ, ਬਲ ਨਹੀਂ। ਤੋ ਕਸ਼ਟ ਤੇ ਤੀਰ ਜਹਾਲੀ। ਸਾਡਾ ਜਿਹੜਾ ਧੀਰਜ ਆ ਉਹ ਟੁੱਟਦਾ ਜਾ ਰਿਹਾ, ਕਿਉਂਕਿ ਜਿਹੜੀ ਭੁੱਖ ਦੀ ਮਾਰ ਹੈ ਨਾ, ਜਿਹੜੀ ਮੌਤ ਹੈ ਉਹ ਇੱਕੋ ਵਾਰੀ ਆਉਂਦੀ ਹੈ। ਜਿਹੜੀ ਭੁੱਖ ਹੈ ਨਾ, ਰਾਤੀ ਸੋ ਕੇ ਰੋਟੀ ਖਾ ਕੇ ਸੋਈਏ ਤੇ ਸਵੇਰੇ ਭੁੱਖ ਫੇਰ ਖੜੀ ਹੁੰਦੀ ਹੈ। ਭੁੱਖ ਦੀ ਮਾਰ ਜਿਹੜੀ ਹੈ ਉਹ ਬੰਦੇ ਨੂੰ ਦਿਨ 'ਚ 3 ਵਾਰੀ ਮਾਰਦੀ ਹੈ, ਪਰ ਜਿਹੜੀ ਮੌਤ ਹੈ ਉਹ ਜ਼ਿੰਦਗੀ 'ਚ ਇੱਕ ਵਾਰੀ ਮਾਰਦੀ ਹੈ। ਰਾਤੀ ਖਾ ਕੇ ਸੋਈਏ, ਸਵੇਰੇ ਫੇਰ ਖੜੀ। ਭੁੱਖ ਜਿਹੜੀ ਹੈ ਉਹ ਆਤੁਰ ਕਰ ਦਿੰਦੀ ਹੈ, ਦੁਖੀ ਕਰ ਦਿੰਦੀ ਹੈ ਬੰਦੇ ਨੂੰ। ਬਲ ਪਲ ਸੋਨਤ ਤੇ ਤਨ ਖਾਲੀ। ਮਹਾਰਾਜ ਜੰਗ ਵੀ ਕੀ ਲੜੀਏ ਤੁਰਕਾਂ ਨਾਲ, ਜੇ ਅੰਦਰ ਕਿਲੇ 'ਚ ਬੈਠੇ ਰਹੀਏ। ਕੱਲ ਨੂੰ ਇਹਨਾਂ ਨੇ ਹਮਲਾ ਕਿਲੇ ਤੇ ਕਰ ਦਿੱਤਾ, ਨਾ ਸਾਡੇ ਅੰਦਰ ਬਲ ਹੈ, ਕਿਉਂਕਿ ਅਨਾਜ ਨਹੀਂ ਖਾਇਆ ਬਹੁਤ ਸਮੇਂ ਤੋਂ, ਸਰੀਰ ਨਿਰਬਲ ਹੋਇਆ ਪਿਆ। ਸੱਚੇ ਪਾਤਸ਼ਾਹ ਮਹਾਰਾਜ, ਨਾ ਬੁੱਧੀ ਦੇ ਅੰਦਰ ਕੋਈ ਦਿਮਾਗ ਚੱਲ ਰਿਹਾ, ਬਹੁਤ ਸਰੀਰ ਮਨ ਤੇ ਤਨ ਕਰਕੇ ਢਹਿੰਦੀ ਕਲਾ 'ਚ ਜਾ ਰਿਹਾ ਹੈ। ਕਹਾਂ ਕਰੈ ਕਛ ਲਖਿਓ ਨਾ ਜਾਈ। ਹੁਣ ਕੀ ਕਰੀਏ, ਕੁਝ ਸਮਝ ਨਹੀਂ ਆ ਰਿਹਾ। ਗੁਰ ਚਰਿਤ੍ਰ ਕੋ ਪਾਰ ਨਾ ਪਾਈ। ਸੱਚੇ ਪਾਤਸ਼ਾਹ ਮਹਾਰਾਜ, ਤੁਹਾਡੀ ਖੇਡ ਸਮਝ ਨਹੀਂ ਆਉਂਦੀ। ਤੁਸੀਂ ਕਹਿੰਦੇ ਹੋ ਕਿਲੇ ਦੇ ਵਿੱਚ ਰਹੋ। ਸੱਚੇ ਪਾਤਸ਼ਾਹ, ਕਿਲੇ ਦੇ ਅੰਦਰ ਭੁੱਖ ਸਤਾਉਂਦੀ ਹੈ, ਕਿਲੇ ਦੇ ਬਾਹਰ ਜਾਈਏ ਤਾਂ ਵੈਰੀ ਤੰਗ ਕਰਦਾ ਹੈ। ਹੁਣ ਸੱਚੇ ਪਾਤਸ਼ਾਹ, ਇੱਧਰ ਧੀਰੇ ਧੀਰੇ ਭੁੱਖ ਨਾਲ ਮਰ ਜੀਏ ਜਾਂ ਜੰਗ ਲੜ ਕੇ ਇੱਕਦਮ ਮਰ ਜੀਏ, ਸਮਝ ਨਹੀਂ ਆ ਰਹੀ। ਮੌਤ ਦੋਨੋਂ ਪਾਸੇ ਦਿਖਦੀ ਹੈ। ਅਧਿਕ ਛੁਦਾ ਦੁਖ ਸਹਿਓ ਨਾ ਪਰੈ। ਛੁਦਾ ਕਹਿੰਦੇ ਨੇ ਭੁੱਖ ਨੂੰ। ਕਹਿੰਦੇ ਮਹਾਰਾਜ, ਭੁੱਖ ਤੇ ਪਿਆਸ ਦਾ ਦੁੱਖ ਸਹਿਆ ਨਹੀਂ ਜਾ ਰਿਹਾ। ਦ੍ਰਿਸ਼ਟ ਪੇ ਨਹੀਂ ਅੰਨ ਕਿਆ ਕਰੈ। ਸੱਚੇ ਪਾਤਸ਼ਾਹ ਮਹਾਰਾਜ ਜੀ, ਕੁਝ ਨਜ਼ਰ ਹੀ ਨਹੀਂ ਆ ਰਿਹਾ, ਨਾ ਅੰਨ ਦਾ ਇੱਕ ਦਾਣਾ। ਹੁਣ ਤੇ ਪੇੜਾਂ ਦੇ ਪੱਤੇ ਵੀ ਖਤਮ ਹੋ ਗਏ ਜਿਹੜੇ ਖਾਂਦੇ ਸੀ। ਕਾਟ ਬਾਟ ਕੀ ਸਭ ਤਕਰਾਈ। ਸੱਚੇ ਪਾਤਸ਼ਾਹ ਮਹਾਰਾਜ, ਹੁਣ ਤੇ ਏਦਾਂ ਲੱਗ ਰਿਹਾ ਕਿ ਜਾਂ ਤਾਂ ਜੰਗ ਹੋਵੇਗਾ ਤੇ ਜੰਗ ਦੇ ਅੰਦਰ ਅਸੀਂ ਕੱਟੇ ਵੱਢੇ ਜਾਵਾਂਗੇ। ਤੁਰਕ ਗਿਰੇਸ਼ਨ ਕੀਨ ਬਨਾਈ। ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਆ ਕੇ ਸਾਡੇ ਤੇ ਘੇਰਾ ਪਾ ਰੱਖਿਆ, ਜਿਹੜਾ 7 ਮਹੀਨੇ ਤੋਂ। ਜੇ ਕਿਤੇ ਉਹ ਕਿਲੇ ਦੇ ਅੰਦਰ ਵੜ ਗਏ, ਭੁੱਖੇ ਪਿਆਸੇ ਸਿੰਘ ਲੜ ਨਹੀਂ ਸਕਣਗੇ। ਕਿਤਕ ਬਿਤੇ ਦਿਨ ਜਬ ਇਸ ਇਮ ਭਾਤੀ। ਇਸ ਪ੍ਰਕਾਰ ਸਿੰਘ ਹੁਣ ਤੁਰਕਾਂ ਦੇ ਵੱਲ ਵੀ ਜਾਣ ਨੂੰ, ਕਿਲਾ ਖਾਲੀ ਕਰਨ ਨੂੰ ਵੀ ਤਿਆਰ ਨਹੀਂ ਨੇ, ਕਿਉਂਕਿ ਸਾਹਮਣੇ ਉਹਨਾਂ ਦਾ ਵੀ ਰੁੱਖ ਦੇਖ ਲਿਆ। ਦੂਜੇ ਪਾਸੇ ਭੁੱਖ ਵੀ ਬਹੁਤ ਸਤਾ ਰਹੀ ਹੈ। ਖਾਲਸਾ ਜੀ, ਆਪਣੇ ਤੇ ਹੰਡਾ ਕੇ ਦੇਖੀਏ ਨਾ ਇਹ ਗੱਲ, ਇਹ ਤਾਂ ਸਿੰਘ ਫੇਰ 7 ਮਹੀਨੇ ਕੱਟ ਗਏ ਭੁੱਖੇ ਪਿਆਸੇ। ਅਸੀਂ ਤੇ ਸ਼ਾਇਦ 7 ਘੰਟੇ ਬਾਅਦ ਹੀ ਮਹਾਰਾਜ ਨੂੰ ਬਦਾਵਾ ਲਿਖ ਜਾਣਾ ਸੀ। ਬਾਹਲੀ ਗੱਲ ਹੈ, ਕੋਈ ਬਹੁਤ ਭਜਨ ਵਾਲਾ ਹੁੰਦਾ ਤੇ ਉਹ 7 ਦਿਨ ਮਗਰੋਂ ਲਿਖ ਦਿੰਦਾ। ਪਰ ਖਾਲਸਾ ਜੀ, ਇਹ ਜਿਹੜੇ ਯੋਧੇ ਸੀ ਨਾ, 7 ਮਹੀਨੇ ਕੱਟ ਗਏ ਨੇ। ਇਹਨਾਂ ਦੀ ਬਰਾਬਰੀ ਸੰਸਾਰ ਦੇ ਉੱਤੇ ਕੋਈ ਤਪਸਵੀ ਨਹੀਂ ਕਰ ਸਕਦਾ। ਅੱਜ ਨਿੰਦਾ ਤਾਂ ਕਰਨ ਲੱਗ ਜਾਂਦੇ ਨੇ। ਅੱਜ ਕੱਲ ਦੇ ਗਾਣੇ ਵੀ ਬਣੇ ਨੇ, ਬੜੀ ਸ਼ਰਮ ਆਉਂਦੀ ਆ ਉਹ ਗਾਣੇ ਲਿਖਣ ਵਾਲਿਆਂ ਦੇ ਉੱਤੇ, ਗਾਉਣ ਵਾਲਿਆਂ ਦੇ ਉੱਤੇ, ਜਿਨ੍ਹਾਂ ਨੇ ਕਿਹਾ ਬਈ ਸਿੰਘੋ ਤੁਸੀਂ ਬਦਾਵਾ ਲਿਖ ਦਿੱਤਾ। ਖਾਲਸਾ ਜੀ, ਉਹ ਜਿਹੜਾ ਬਦਾਵਾ ਲਿਖਿਆ ਗਿਆ ਨਾ, ਉਹਦੇ ਪਿੱਛੇ ਸਾਰਾ ਇਤਿਹਾਸ ਜੇ ਪੜ੍ਹਿਆ ਜਾਏ ਨਾ, ਔਰ ਉਹਦੇ ਤੇ ਫਿਰ ਆਪ ਖੜੇ ਹੋਈਏ, ਸ਼ਾਇਦ 7 ਘੰਟੇ ਵੀ ਅਸੀਂ ਉਹ ਭੁੱਖ ਸਹਾਰ ਨਾ ਸਕੀਏ ਜੋ ਗੁਰੂ ਕੇ ਯੋਧੇ ਸਿੰਘਾਂ ਨੇ 7 ਮਹੀਨੇ ਕੜਾਕਾ ਕੱਟਿਆ ਹੈ। ਪੁਨ ਆਈ ਅਬ ਰੰਗ ਕੀ ਪਾਤੀ। ਹੁਣ ਦੂਜੇ ਪਾਸੇ ਔਰੰਗਜ਼ੇਬ ਦੀ ਚਿੱਠੀ ਆ ਗਈ ਪਹਾੜੀ ਰਾਜਿਆਂ ਨੂੰ ਤੇ ਮੁਗਲਾਂ ਨੂੰ। ਕਸਮ ਕੁਰਾਨ ਆਦ ਕੀ ਖਾਈ। ਹੁਣ ਵਕੀਲ ਆ ਕੇ ਕਹਿਣ ਲੱਗੇ 10ਵੇਂ ਪਾਤਸ਼ਾਹ ਮਹਾਰਾਜ, ਬਈ ਜਿਹੜੇ ਬੰਦਿਆਂ ਨੇ ਬਾਹਰ ਖਜ਼ਾਨਾ ਲੁੱਟਿਆ ਸੀ ਨਾ, ਉਹ ਕੁਝ ਭੈੜੇ ਬੰਦੇ ਸੀਗੇ। ਉਹ ਬੰਦੇ ਸਾਡੇ ਨਹੀਂ ਸੀਗੇ। ਉਹ ਆ ਕੇ ਖਜ਼ਾਨਾ ਲੁੱਟ ਕੇ ਚਲੇ ਗਏ, ਉਹ ਸਾਡੇ ਬੰਦੇ ਨਹੀਂ ਸੀਗੇ। ਅਸੀਂ ਉਹਨਾਂ ਨੂੰ ਕੈਦ ਵੀ ਕੀਤਾ, ਸਜ਼ਾਵਾਂ ਵੀ ਦਿੱਤੀਆਂ ਨੇ। ਪਰ ਹੁਣ ਔਰੰਗਜ਼ੇਬ ਦੀ ਇੱਕ ਚਿੱਠੀ ਆਈ ਹੈ। ਉਹਨੇ ਪਾਕ ਗ੍ਰੰਥ ਕੁਰਾਨੇ ਪਾਕ ਸ਼ਰੀਫ ਦੇ ਉੱਤੇ ਇੱਕ ਚਿੱਠੀ ਲਿਖ ਕੇ ਭੇਜੀ ਹੈ। ਕੁਮਰੋ ਬੁਰੋ ਨ ਚਿਤਹਿ ਕਦਾਈ। ਔਰੰਗਜ਼ੇਬ ਤੁਹਾਡਾ ਬੁੱਧਾ ਨਹੀਂ ਚਿਤਵਦਾ 10ਵੇਂ ਪਾਤਸ਼ਾਹ। ਉਹ ਤੇ ਤੁਹਾਡੇ ਜੰਗ ਦੇ ਜ਼ੋਹਰ ਦੀ ਬੜੀ ਤਾਰੀਫ ਕਰਦਾ। ਔਰੰਗਜ਼ੇਬ ਤੁਹਾਡੇ ਨਾਲ ਬੜਾ ਪਿਆਰ ਕਰਦਾ ਹੈ। ਜੇ ਕੈਸੇ ਤੁਮ ਬੁਰਾ ਤਕਾਵੈ। ਸੱਚੇ ਪਾਤਸ਼ਾਹ ਮਹਾਰਾਜ, ਜੇ ਤੁਸੀਂ ਸੋਚਦੇ ਹੋ
ਕਿ ਔਰੰਗਜ਼ੇਬ ਤੁਹਾਡਾ ਬੁਰਾ ਚਾਹੁੰਦਾ, ਕਤਈ ਨਹੀਂ। ਔਰੰਗਜ਼ੇਬ ਤੇ ਤੁਹਾਡੇ ਵੱਲ ਉੱਠਣ ਵਾਲੀ ਅੱਖ ਨੂੰ ਬੁਰੀ ਨੂੰ ਵੀ ਭੰਨਣ ਨੂੰ ਤਿਆਰ ਹੈ। ਨਹਿ ਦਰਗਾਹ ਠੌਰ ਹਮ ਪਾਵੈ। ਸੱਚੇ ਪਾਤਸ਼ਾਹ ਸਾਡਾ ਮਨ ਮੈਲਾ ਨਹੀਂ। ਪੰਮਾ ਪੁਰੋਹਿਤ ਵਕੀਲ ਸਾਰੇ ਅੱਜ ਲੀਪਾ ਪੂਚੀ ਕਰਨ ਆਏ ਨੇ। ਕੱਲ ਤਾਂ ਰਾਤੀ ਸਾਰਿਆਂ ਨੇ ਧਨ ਲੁੱਟ ਲਿਆ, ਜਦੋਂ ਦੇਖਿਆ ਅੰਦਰ ਬਿੱਖ ਸੀਗੀ, ਹੁਣ ਅੱਗੋਂ ਝੂਠੇ ਪੈਣਾ ਸੀਗਾ। ਮਹਾਰਾਜ ਜਾਣੀ ਜਾਣ ਨੇ। ਸੱਚੇ ਪਾਤਸ਼ਾਹ ਮਹਾਰਾਜ ਕੋਲ ਆ ਕੇ ਲੀਪਾ ਪੂਚੀ ਕਰਦੇ ਨੇ, ਗਲੋ ਗਲਾਉਂ ਮਿੱਟੀ ਜੀ ਲਾਉਂਦੇ ਨੇ ਮਹਾਰਾਜ ਕਿ ਉਹ ਤਾਂ ਸਾਡੇ ਬੰਦੇ ਹੀ ਨਹੀਂ ਸੀਗੇ। ਹੁਣ ਖਾਲਸਾ ਜੀ ਫੌਜ ਸਾਹਮਣੇ ਖੜੀ ਹੈ, 7 ਮਹੀਨਿਆਂ ਤੋਂ ਖੜੀ ਹੈ, ਬੰਦੇ ਇਹਨਾਂ ਦੇ ਹੀ ਨੇ, ਹੋਰ ਕਿਹਨਾਂ ਦੇ ਨੇ। ਮਹਾਰਾਜ ਰਾਜਨੀਤੀ ਸਾਰੀ ਜਾਣਦੇ ਨੇ। ਮਹਾਰਾਜ ਤਖਤ ਤੇ ਬੈਠੇ ਮੁਸਕਰਾਈ ਜਾਂਦੇ ਨੇ ਤੇ ਉਹਨਾਂ ਦਾ ਝੂਠ ਸੁਣੀ ਜਾਂਦੇ ਨੇ। ਸੱਚ ਜਾਣੋ ਇਹੋ ਲਿਖਿਓ ਹਮਾਰੋ। ਸੱਚੇ ਪਾਤਸ਼ਾਹ ਔਰੰਗਜ਼ੇਬ ਨੇ ਚਿੱਠੀ ਲਿਖੀ ਹੈ। ਉਹ ਕਹਿੰਦਾ ਮਹਾਰਾਜ ਨੂੰ ਕਹੋ ਇੱਕ ਵਾਰੀ ਕਿਲਾ ਖਾਲੀ ਕਰ ਦੇਣ, ਮੈਂ ਤੁਹਾਡੇ ਨਾਲ ਸੰਧੀ ਕਰਨ ਨੂੰ ਤਿਆਰ ਹਾਂ। ਤੁਸੀਂ ਇੱਕ ਵਾਰੀ ਜੰਗਲ ਦੇਸ਼ ਛੱਡ ਚਲੇ ਜਾਓ, ਆਪਣਾ ਹੱਥ ਤਿਆਗ ਦਿਓ। ਤਜੋ ਅਬੈ ਸੰਗਰਾਮ ਅਖਾਰੋ। ਮਹਾਰਾਜ ਛੱਡੋ ਪਰੇ ਜੰਗ ਕੀ ਕਰਨੀ, ਤੁਹਾਡੇ ਵੀ ਬੰਦੇ ਮਰਨਗੇ, ਸਾਡੇ ਵੀ ਬੰਦੇ ਮਰਨਗੇ। ਉਹਨਾਂ ਨੂੰ ਨਹੀਂ ਪਤਾ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਰਣ ਪ੍ਰਿਆ ਨੇ। ਉਹਨਾਂ ਨੂੰ ਰਣ ਬਹੁਤ ਚੰਗਾ ਲੱਗਦਾ, ਜੰਗ ਬਹੁਤ ਚੰਗਾ ਲੱਗਦਾ। ਉਹ ਤੇ ਕਿਤੇ ਪਰੇ ਲੜਾਈ ਹੋ ਰਹੀ ਹੋਏ, ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗ ਜਾਏ ਤੇ ਘੋੜਾ ਲੈ ਕੇ ਚਲੇ ਜਾਂਦੇ ਨੇ। ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਭਾਈ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਦੇ ਅੰਦਰ ਲਿਖਿਆ, ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ। ਸਿੰਘਾਂ ਦੀ ਜਿਹੜੀ ਜਾਤ ਗੋਤ ਹੈ ਨਾ, ਉਹ ਦੰਗਾ ਕਰਨੀ ਹੈ। ਤੇ ਦੰਗਾ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਵੀ ਉਹ ਦੰਗਾ ਕਿਹੜਾ ਹੈ? ਧਰਮ ਦੇ ਲਈ ਯੁੱਧ ਕਰਨਾ। ਦੰਗਾ ਹੀ ਸਤਿਗੁਰ ਤੇ ਮੰਗਾ, ਤੇ ਦੰਗਾ ਕਰਨਾ ਹੀ, ਯੁੱਧ ਕਰਨਾ ਹੀ ਧਰਮ ਦਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸਾਡਾ ਰਣ ਪ੍ਰਿਯ, ਸਾਨੂੰ ਤੇ ਰਣ ਚੰਗਾ ਲੱਗਦਾ, ਜੰਗ ਚੰਗਾ ਲੱਗਦਾ ਹੈ। ਹਮਰੀ ਔਰ ਆਪ ਚਲ ਆਪ ਹੋ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰੋ। ਔਰੰਗਜ਼ੇਬ ਕਹਿੰਦਾ ਸਾਡੇ ਕੋਲ ਆ ਜਾਓ। ਔਰੰਗਜ਼ੇਬ ਉਧਰ ਗੋਲਕੁੰਡੇ ਵੱਲ, ਹੈਦਰਾਬਾਦ ਵੱਲ, ਔਰੰਗਾਬਾਦ ਵੱਲ ਕਹਿੰਦਾ ਮਹਾਰਾਜ ਮੇਰੇ ਕੋਲ ਆ ਜਾਵੋ। ਹੋਏ ਹੈ ਮੇਲ ਸਦਾ ਹਰ ਖਾਬ ਹੋ। ਸਾਡੇ ਨਾਲ ਮੇਲ ਕਰ ਲਓ, ਛੱਡੋ ਲੜਾਈ। ਇਤ ਆਵਨ ਜੇ ਚਾਹਤ ਨਾਹੀ। ਸੱਚੇ ਪਾਤਸ਼ਾਹ ਜੇ ਸਾਡੇ ਕੋਲ ਇੱਧਰ ਨਹੀਂ ਆਣਾ, ਔਰੰਗਾਬਾਦ, ਗੋਲਕੁੰਡੇ, ਹੈਦਰਾਬਾਦ ਵੱਲ, ਮਨ ਭਾਵਤ ਵਿੱਚ ਰਹੋ ਜਗ ਮਾਹੀ। ਸਾਰੇ ਸੰਸਾਰ ਤੇ ਕਿਧਰੇ ਵੀ ਵਿਚਰੋ, ਪਰ ਆਨੰਦਪੁਰ ਦਾ ਕਿਲਾ ਛੱਡ ਦਿਓ। ਇੱਕ ਬਾਰ ਤਜ ਦੁਰਗ ਲਗਾਈ। ਸੱਚੇ ਪਾਤਸ਼ਾਹ ਇੱਕ ਵਾਰੀ ਜੇ ਤੁਸੀਂ ਕਿਲਾ ਛੱਡ ਦਿਓ ਆਨੰਦਪੁਰ ਦਾ, ਇਹ ਮਾਨੋ ਬਨ ਮੇਲ ਤਦਾਈ। ਸੱਚੇ ਪਾਤਸ਼ਾਹ ਮਹਾਰਾਜ ਫਿਰ ਸਾਡਾ ਮੇਲ ਹੋ ਸਕਦਾ ਹੈ। ਸੁਨ ਗੁਰ ਕਹਿਓ ਨ ਸਾਚ ਤੁਮਾਰੇ। ਮਹਾਰਾਜ ਆਖਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੀਆਂ ਝੂਠੀਆਂ ਕਸਮਾਂ ਤੇ ਮੈਨੂੰ ਕਤਈ ਇਤਬਾਰ ਨਹੀਂ। ਔਰੰਗਜ਼ੇਬ ਨੂੰ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਦੀਨੇ ਕਾਂਗੜ, ਮਹਾਰਾਜ ਕਿਹਾ ਔਰੰਗਜ਼ੇਬ ਜਿਹੜਾ ਵਿਅਕਤੀ ਪਾਕ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਮੁੱਕਰ ਜਾਵੇ, ਉਸ ਤੋਂ ਵੱਡਾ ਕੋਈ ਦਗੇਬਾਜ਼ ਨਹੀਂ। ਪਰ ਜਿਹੜਾ ਵਿਅਕਤੀ, ਸਾਹਮਣੇ ਵਾਲਾ ਵਿਅਕਤੀ ਕੁਰਾਨ ਪਾਕ ਸ਼ਰੀਫ ਦੀ ਕਸਮ ਖਾ ਰਿਹਾ ਹੈ, ਪਰ ਜਿਹੜਾ ਬੰਦਾ ਉਸ ਦੇ ਉੱਤੇ ਭਰੋਸਾ ਰੱਖ ਕੇ ਉਸ ਬੰਦੇ ਤੇ ਵਿਸ਼ਵਾਸ ਕਰੇ ਵੀ ਇਹ ਕਸਮ ਠੀਕ ਕਰ ਰਿਹਾ, ਉਹ ਉਹਦੇ ਕੰਮ ਨੂੰ ਹਾਮੀ ਭਰ ਦੇਵੇ, ਉਹ ਬੰਦੇ ਵਰਗਾ ਵੀ ਕੋਈ ਬੰਦਾ ਨਹੀਂ। ਤੂੰ ਕੁਰਾਨ ਪਾਕ ਸ਼ਰੀਫ ਦੀ ਕਸਮ ਖਾਈ ਸੀ ਕਿ ਮਹਾਰਾਜ ਇਹ ਕੁਰਾਨ ਭੇਜ ਰਿਹਾ, ਉੱਤੇ ਮੇਰੀ ਚਿੱਠੀ ਪਈ ਹੈ ਵੀ ਅਸੀਂ ਕਿਲੇ ਤੇ ਹਮਲਾ ਨਹੀਂ ਕਰਾਂਗੇ, ਆਨੰਦਪੁਰ ਦਾ ਕਿਲਾ ਛੱਡ ਦਿਓ। ਅਸੀਂ ਤੇਰੀ ਕਸਮ ਤੇ ਸਿੰਘਾਂ ਦੇ ਮਾਤਾ ਗੁਜਰੀ ਨੇ ਤਵਾਰ ਕਰਕੇ ਕਿਲਾ ਛੱਡ ਦਿੱਤਾ ਤੇ ਤੂੰ ਹਮਲਾ ਕਰ ਦਿੱਤਾ। ਤੂੰ ਕੁਰਾਨ ਪਾਕ ਸ਼ਰੀਫ ਦੀ ਕਸਮ ਖਾ ਕੇ ਭੁੱਲ ਗਏ, ਪਰ ਅਸੀਂ ਪਾਕ ਗ੍ਰੰਥ ਕੁਰਾਨ ਸ਼ਰੀਫ ਤੇ ਭਰੋਸਾ ਕਰਕੇ ਕਿਲਾ ਛੱਡ ਦਿੱਤਾ ਤੇ ਤੈਨੂੰ ਨਾ ਆਪਣੇ ਸਾਹਿਬ ਤੇ ਯਕੀਨ ਹੈ ਪਰਵਰਦਿਗਾਰ ਤੇ ਨਾ ਮੁਹੰਮਦ ਸਾਹਿਬ ਤੇ ਯਕੀਨ ਹੈ। ਤੇਰੇ ਤੋਂ ਭੈੜਾ ਕੋਈ ਮੁਸਲਮਾਨ ਨਹੀਂ। ਤੂੰ ਮੁਹੰਮਦ ਸਾਹਿਬ ਦੀ ਵੀ ਬੇਦਬੀ ਕਰੀ ਹੈ, ਕੁਰਾਨ ਦੀ ਵੀ ਬੇਦਬੀ ਕਰੀ ਹੈ, ਪਰ ਸਾਡੇ ਅੱਗੇ ਤੇਰੇ ਮੁਗਲਾਂ ਨੇ ਆ ਕੇ ਪਾਕ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਰੱਖਿਆ। ਅਸੀਂ ਉਸ ਕੁਰਾਨ ਦਾ ਅਦਬ ਕੀਤਾ ਹੈ, ਅਸੀਂ ਉਸ ਕੁਰਾਨ ਦੇ ਭੈ ਦੇ ਅੰਦਰ ਕਿਲਾ ਛੱਡਣ ਨੂੰ ਤਿਆਰ ਹੋ ਗਏ। ਤੂੰ ਆਪਣੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਕੀਤੀ ਹੈ। ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ,
ਮਹਾਰਾਜ ਕਹਿੰਦੇ ਨਾ ਤੈਨੂੰ ਪਰਵਰਦੀਗਾਰ ਤੇ ਵਿਸ਼ਵਾਸ ਹੈ, ਨਾ ਪਾਕ ਕੁਰਾਨ ਗ੍ਰੰਥ ਤੇ ਵਿਸ਼ਵਾਸ ਹੈ, ਤੇ ਨਾ ਹੀ ਮੁਹੰਮਦ ਸਾਹਿਬ ਤੇ ਵਿਸ਼ਵਾਸ ਹੈ। ਪਰ ਅਸੀਂ ਤੁਹਾਡੇ ਗ੍ਰੰਥਾਂ ਦਾ ਇਤਬਾਰ ਕਰਕੇ ਕਿਲਾ ਛੱਡ ਦਿੱਤਾ। ਅਸੀਂ ਪਰਵਰਦੀਗਾਰ ਦੀ ਦਰਗਾਹ ਦੇ ਅੰਦਰ ਸੁਰਖਰੂ ਹਾਂ ਤੇ ਤੂੰ ਬੇਮੁਖ ਹੈ। ਕਰਹੁ ਅਨੰਤ ਮੁਖ ਆਨ ਉਚਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੇ ਦਿਲ 'ਚ ਤਾਂ ਕੁਝ ਹੋਰ ਹੈ, ਤੁਹਾਡੇ ਮੁਖ ਦੇ ਵਿੱਚ ਕੁਝ ਹੋਰ ਹੈ। ਪੁਨ ਅਵ ਰੰਗ ਟਿਗ ਲਿਖਿਓ ਪਠਾਇਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਔਰੰਗਜ਼ੇਬ ਨੂੰ ਕਹਿ ਦਿਓ ਅਸੀਂ ਨਹੀਂ ਕਿਲਾ ਛੱਡਣਾ। ਸੁਨ ਕੇ ਲਿਖ ਕਰ ਫੇਰ ਪੁਚਾਇਓ। ਫੇਰ ਪਹਾੜੀ ਰਾਜਿਆਂ ਨੇ, ਤੁਰਕਾਂ ਨੇ, ਲਾਹੌਰ ਵਾਲੇ ਨੇ, ਸਰਹੰਦ ਵਾਲੇ ਨੇ, ਦਿੱਲੀ ਵਾਲੇ ਨੇ ਫੇਰ ਲਿਖ ਕੇ ਭੇਜਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਬੜਾ ਹੀ ਹਠੀਲਾ, ਉਹ ਨਹੀਂ ਮੰਨਦਾ ਸਾਡੀ ਈਨ। ਭਲੋ ਵਕੀਲ ਲਵਾਏ ਪ੍ਰਵਾਨਾ। ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਫੇਰ ਵਕੀਲ ਇਕੱਠੇ ਹੋ ਕੇ, ਹੁਣ ਸਾਰਿਆਂ ਦਾ ਇੱਕ ਇੱਕ ਵਕੀਲ ਗਿਆ। ਜਦੋਂ ਕਈ ਵਾਰੀ ਕੋਈ ਕਾਜ ਨਾ ਬਣੇ, ਫਿਰ ਉਸ ਬੰਦੇ ਦੇ ਰਿਸ਼ਤੇਦਾਰ, ਉਹ ਬੰਦੇ ਦੇ ਸਾਰੇ ਦੋਸਤ ਯਾਰ, ਉਹ ਬੰਦੇ ਦੇ ਜਾਣਨ ਵਾਲੇ ਸਾਰੇ ਬੰਦੇ ਇੱਕ ਇੱਕ ਮੂਹਰਾ ਬੰਦਾ ਵੱਡਾ ਹੋ ਕੇ ਜਾਂਦਾ ਤਾਂ ਕਿ ਇਹਦੀ ਗੱਲ ਨਹੀਂ ਮੋੜੇਗਾ। ਹੁਣ ਲਾਹੌਰ ਵਾਲਾ ਜ਼ਬਰਦਸਤ ਖਾਨ ਤੇ ਸਰਹੰਦ ਵਾਲਾ ਵਜ਼ੀਰ ਖਾਨ, ਦਿੱਲੀ ਦਾ ਖਵਾਜਾ ਮਰਦੂਦ, ਪਹਾੜੀ ਰਾਜਿਆਂ ਚੋਂ ਭੀਮ ਚੰਦ ਦਾ ਵਕੀਲ, ਸਾਰੇ ਇਕੱਠੇ ਹੋ ਕੇ ਆਪਣੇ ਪਾਵਨ ਗ੍ਰੰਥ ਲੈ ਕੇ ਪਹੁੰਚੇ ਨੇ। ਸਭ ਕਿਰਪਤ ਕੀਨੋ ਇੱਕ ਥਾਨਾ। ਸਾਰਿਆਂ ਨੂੰ ਇਕੱਠੇ ਇੱਕ ਥਾਂ ਦੇ ਉੱਤੇ ਮੀਟਿੰਗ ਕਰਕੇ ਰਾਤੀ ਬੁਲਾਇਆ। ਕਰ ਸਲਾਹ ਸਭ ਆਨ ਪਵਾਈ। ਸਾਰਿਆਂ ਦੇ ਨਾਲ ਸਲਾਹ ਕੀਤੀ ਤੇ ਆਪਸ ਦੇ ਅੰਦਰ ਬਚਨ ਕੀਤੇ। ਰਾਜਨ ਕੇ ਵਕੀਲ ਸਮੁਦਾਈ। ਹੇ ਭਾਈ ਵਕੀਲੋ, ਇਹ ਗੱਲ ਸੁਣ ਲਓ, ਜੇ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਦਾ ਕਿਲਾ ਨਾ ਛੱਡਿਆ, ਔਰੰਗਜ਼ੇਬ ਨੇ ਸਾਨੂੰ ਸਾਰਿਆਂ ਨੂੰ ਜ਼ਰੂਰ ਮਾਰ ਦੇਣਾ ਹੈ। ਜੇ ਪ੍ਰਥਮ ਲੁੱਟਣ ਕੋ ਗਏ। ਜਿਹੜੇ ਪਹਿਲੇ ਲੁੱਟਣ ਨੂੰ ਗਏ ਸੀਗੇ, ਤਿਨ ਕੋ ਦੰਡ ਦੇਤ ਨਿਰਪ ਪਏ। ਮਹਾਰਾਜ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਹੈ, ਅਸੀਂ ਸਾਰਿਆਂ ਨੇ ਇਹ ਗੱਲ ਦੇਖੀ ਹੈ ਵੀ ਜਿਨ੍ਹਾਂ ਨੇ ਤੁਹਾਡਾ ਡੇਰਾ ਲੁੱਟਿਆ ਨਾ, ਕੱਲ ਰਾਤੀ ਖਜ਼ਾਨਾ ਲੁੱਟਿਆ, ਉਹ ਸਾਡੇ ਬੰਦੇ ਨਹੀਂ ਸੀਗੇ, ਉਹ ਤਾਂ ਕੋਈ ਹੋਰ ਸੀਗੇ, ਤੇ ਅਸੀਂ ਉਹਨਾਂ ਨੂੰ ਦੰਡ ਵੀ ਦੇ ਦਿੱਤਾ ਹੈ। ਸਭ ਸ਼ਰਮਿੰਦਤ ਪਏ ਲੁਟੇਰੇ। ਮਹਾਰਾਜ ਉਹ ਲੁਟੇਰੇ ਵੀ ਬੜੇ ਸ਼ਰਮਿੰਦਾ ਨੇ, ਅਸੀਂ ਉਹਨਾਂ ਨੂੰ ਦੰਡ ਵੀ ਦਿੱਤਾ ਹੈ। ਇੱਥੇ ਤੱਕ ਹੈ ਕਿ ਅਸੀਂ ਉਹਨਾਂ ਨੂੰ ਹੁਣ ਪੱਕਾ ਹੀ ਸਜ਼ਾ ਦੇਵਾਂਗੇ। ਲੀਨੇ ਦਰਬ ਖਤਾਨ ਤਿਨ ਹੇਰੇ। ਮਹਾਰਾਜ ਉਹਨਾਂ ਤੋਂ ਅਸੀਂ ਪੈਸਾ ਵੀ ਖੋਹ ਲਿਆ ਤੇ ਜਿਹੜਾ ਉਹਨਾਂ ਨੇ ਚੋਰੀ ਕੀਤਾ ਸੀ। ਸ਼ਾਹ ਦੂਤ ਲੈ ਗਿਰਪਤ ਦੂਤ। ਤੇ ਸ਼ਾਹ ਦਾ ਦੂਤ, ਔਰੰਗਜ਼ੇਬ ਦਾ ਦੂਤ ਤੇ ਪਹਾੜੀਆਂ ਦਾ ਦੂਤ ਇਕੱਠਾ ਹੋ ਕੇ ਅੰਤਰ ਬਰੇ ਕਰਨ ਕੋ ਸੂਤ। ਅੰਦਰ ਵੜ ਗਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੱਲ ਕਰਨ ਨੂੰ। ਜਹ ਸਤ ਗੁਰ ਬੈਠੇ ਤਹ ਆਏ। ਜਿੱਥੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀ ਉੱਥੇ ਆ ਗਏ। ਸਕਲ ਜੋਰ ਕਰ ਸੀਸ ਨਿਵਾਏ। ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਦੇ ਨੇ ਤੇ ਮੱਥਾ ਟੇਕ ਕੇ ਬਚਨ ਕਰਦੇ ਨੇ ਵਕੀਲ। ਬੈਠੇ ਨਿਕਟ ਕਹਿਓ ਨਿਜ ਕਾਜ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਬੜੇ ਸ਼ਰਮਿੰਦਾ ਤੁਹਾਡੇ ਨਾਲ ਇੱਕ ਗੱਲ ਕਰਨ ਆਏ ਹਾਂ। ਸੁਣੀਏ ਹੈ ਗੁਰੂ ਗਰੀਬ ਨਿਵਾਜ। ਗੁਰੂ ਗਰੀਬ ਨਿਵਾਜ ਸਾਡੀ ਬੇਨਤੀ ਸੁਣ ਲਓ ਗੁਰੂ ਗੋਬਿੰਦ ਸਿੰਘ ਜੀ। ਪਰਵਾਨਾ ਲਿਖ ਸ਼ਾਹ ਪਠਾਇਓ। ਮਹਾਰਾਜ ਔਰੰਗਜ਼ੇਬ ਨੇ ਚਿੱਠੀ ਲਿਖੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਾਕ ਗ੍ਰੰਥ ਕੁਰਾਨ ਸ਼ਰੀਫ ਭੇਜਿਆ ਹੈ। ਮੈਂ ਲਖ ਹੈ ਤਹ ਤੇ ਚੱਲ ਆਇਓ। ਮਹਾਰਾਜ ਮੈਂ ਉਹ ਲੈ ਕੇ ਚਿੱਠੀ ਤੇ ਨਾਲ ਇਹ ਗ੍ਰੰਥ ਲੈ ਕੇ ਪਾਕ ਕੁਰਾਨ ਸ਼ਰੀਫ ਦਾ ਤੁਹਾਡੇ ਕੋਲ ਅਨੰਦਪੁਰ ਸਾਹਿਬ ਆਇਆ ਹਾਂ। ਹਜ਼ਰਤ ਚਿਤ ਕੋ ਹਿਤ ਕਰ ਕਹਿਓ। ਮੈਂ ਹਜ਼ਰਤ ਔਰੰਗਜ਼ੇਬ ਦਾ ਵਕੀਲ ਹਾਂ ਤੇ ਉਹਦੇ ਜੋ ਹਿਰਦੇ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਮਿਲ ਭੋ ਰਾਵਰ ਕੇ ਸੰਗ ਚਹਿਓ। ਸੱਚੇ ਪਾਤਸ਼ਾਹ ਮਹਾਰਾਜ ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ, ਸੰਧੀ ਕਰਨਾ ਚਾਹੁੰਦਾ ਹੈ। ਉਜ ਮੁਹਿੰਮ ਕਰ ਅਟਕਿਓ ਸੋਏ। ਉਹ ਕੋਈ ਬੜੀ ਭਾਰੀ ਮੁਹਿੰਮ ਚੱਲ ਰਹੀ ਹੈ ਦੱਖਣ ਦੇ ਅੰਦਰ, ਔਰੰਗਾਬਾਦ, ਹੈਦਰਾਬਾਦ ਵੱਲ, ਉੱਥੋਂ ਵਿਹਲਾ ਨਹੀਂ ਹੋ ਪਾ ਰਿਹਾ। ਨਤ ਆਵਤ ਇਤ ਹਾਜ਼ਰ ਹੋਏ। ਨਹੀਂ ਤਾਂ ਔਰੰਗਜ਼ੇਬ ਆਪ ਤੁਹਾਡੇ ਨਾਲ ਗੱਲ ਕਰਨ ਆਂਦਾ। ਮੁਝ ਸੋ ਬਾतें ਕਰਾਂ ਜ਼ੁਬਾਨੀ। ਪਰ ਮੇਰੇ ਨਾਲ ਔਰੰਗਜ਼ੇਬ ਦੀ ਜ਼ੁਬਾਨੀ ਗੱਲ ਹੋਈ ਹੈ, ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਨਾ, ਇਹ ਸਮਝ ਲਓ ਔਰੰਗਜ਼ੇਬ ਦੀ ਜ਼ੁਬਾਨ ਤੋਂ ਹੀ ਗੱਲ ਆਈ ਹੈ। ਪਰਵਰਦੀਗਾਰ ਮਿਲਨ ਕੀ ਜਾਨੀ। ਉਹ ਤੁਹਾਨੂੰ ਪਰਵਰਦੀਗਾਰ ਜਾਣ ਕੇ, ਮੁਹੰਮਦ ਸਾਹਿਬ ਦੀ ਥਾਂ ਜਾਣ ਕੇ, ਆਪਣਾ ਪਾਵਨ ਪਵਿੱਤਰ ਪੈਗੰਬਰ ਜਾਣ ਕੇ ਮਿਲਣਾ ਚਾਹੁੰਦਾ ਹੈ। ਸ਼ਾਹ ਸਮੀਪ ਤਾਰੀਫ ਤੁਮਾਰੀ। ਔਰੰਗਜ਼ੇਬ ਤੁਹਾਡੇ ਬੜੀ ਤਾਰੀਫ ਕਰਦਾ ਵੀ ਗੁਰੂ ਗੋਬਿੰਦ ਸਿੰਘ ਦੇ ਤੀਰ ਬਹੁਤ ਜੰਗੀ ਨੇ, ਗੁਰੂ ਗੋਬਿੰਦ ਸਿੰਘ ਦੇ ਦਰ ਤੇ ਲੰਗਰ ਚੱਲਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਯੋਧਾ ਬਲੀ ਹੈ, ਤੁਸੀਂ ਉਹਦੇ ਨਾਲ ਉਮਰ 'ਚ ਅੱਧੇ ਜ਼ਰੂਰ ਹੋ ਪਰ ਬਲ ਦੇ ਅੰਦਰ, ਹੌਸਲੇ ਦੇ ਅੰਦਰ। ਤੇ 10ਵੇਂ ਪਾਤਸ਼ਾਹ ਮਹਾਰਾਜ ਤੁਹਾਡੀ ਸ਼ਾਨੋ ਸ਼ੌਕਤ,
ਔਰੰਗਜ਼ੇਬ ਜਿਹੜਾ ਹੈ ਉਹਦੀ ਫਿੱਕੀ ਪੈਂਦੀ ਹੈ ਤੁਹਾਡੇ ਅੱਗੇ ਉਹਦੀ ਸ਼ਾਨੋ ਸ਼ੌਕਤ। ਸੱਚੇ ਪਾਤਸ਼ਾਹ ਤੁਹਾਡੀ ਕੋਈ ਰੀਸ ਨਹੀਂ ਧਰਤੀ ਤੇ। ਬਹੁ ਲੋਕਨ ਸਭ ਰੀਤ ਉਚਾਰੀ, ਉਸਨੇ ਇਹ ਗੱਲ ਸਾਰੇ ਬੰਦਿਆਂ ਦੇ ਵਿੱਚ ਚਿੱਠੀ ਲਿਖ ਕੇ ਭੇਜੀ ਹੈ। ਬਲੀ ਬਹਾਦਰ ਪੀਰਨ ਪੀਰ, ਬਲੀਆਂ ਦੇ ਬਲੀ, ਬਹਾਦਰਾਂ ਦੇ ਬਹਾਦਰ, ਪੀਰਾਂ ਦੇ ਪੀਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ। ਜਨ ਖੁਦਾਏ ਹੀ ਆਪ ਸਰੀਰ, ਖੁਦਾ ਨੇ ਆਪ ਸਰੀਰ ਧਰਤੀ ਤੇ ਧਾਰ ਲਿਆ ਹੈ। ਇਹ ਗੱਲ ਔਰੰਗਜ਼ੇਬ ਮੰਨਦਾ ਹੈ। ਕਾਜ਼ੀ ਅਰ ਉਮਗਰਾਵ ਕਨੇਰੇ, ਕਾਜੀ ਤੇ ਉਮਰਾਵ ਮਿਲ ਕੇ ਮਹਾਰਾਜ ਅਸੀਂ ਸਾਰੇ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਕਿਲਾ ਛੱਡ ਦਿਓ। ਕਰਤ ਆਪ ਕੋ ਸੁਜਸ ਬਡੇਰੇ, ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਬੇਨਤੀ ਹੈ ਸਾਡੀ, ਇੱਕ ਵਾਰੀ ਬੇਨਤੀ ਮੰਨ ਲਓ, ਕਿਲਾ ਛੱਡ ਦਿਓ। ਸੁਨ ਸੁਨ ਅਭਿਲਾ ਖਾ ਬਡ ਸ਼ਾਹੂ, ਔਰੰਗਜ਼ੇਬ ਬੜਾ ਮਨ ਦੇ ਅੰਦਰ ਖੁਸ਼ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡਣਗੇ ਤੇ ਮੈਨੂੰ ਮਿਲ ਜਾਣਗੇ। ਤੁਸੀਂ ਉਹਦੀ ਇੱਛਾ ਪੂਰੀ ਕਰ ਦਿਓ। ਜਾਂ ਤੇ ਮੋਹਿ ਪਠਿਓ ਤੁਮ ਪਾਹੂ, ਸੱਚੇ ਪਾਤਸ਼ਾਹ ਮੇਰੇ ਕੋਲ ਔਰੰਗਜ਼ੇਬ ਨੇ ਤਾਂ ਭੇਜਿਆ ਹੈ। ਹਜ਼ਰਤ ਨਿਜ ਕਰ ਤੇ ਲਿਖ ਦੀਨ, ਮਹਾਰਾਜ ਆ ਚਿੱਠੀ ਪੜ੍ਹ ਲਓ। ਇਹ ਔਰੰਗਜ਼ੇਬ ਦੀ ਲਿਖਾਈ ਹੈ ਉਰਦੂ ਭਾਸ਼ਾ ਦੇ ਅੰਦਰ। ਆਪ ਜੀ ਬੜੇ ਫਾਜ਼ਲ ਹੋ, ਆਪ ਜੀ ਬੜੇ ਕਾਮਲ ਹੋ, ਕਿਰਪਾ ਕਰਕੇ ਇਹ ਚਿੱਠੀ ਪੜੋ। ਔਰੰਗਜ਼ੇਬ ਦੀ ਹੱਥੀਂ ਲਿਖੀ, ਉਹਦੇ ਦਸਤਖਤ ਵੀ ਥੱਲੇ ਹੋਏ ਨੇ। ਹਰਫ ਜਥੋਰੇ ਲੀਜਹ ਚੀਨ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਕੋਲ ਕੁਝ ਭੇਟਾ ਵੀ ਭੇਜੀ ਹੈ, ਚਿੱਠੀ ਵੀ ਭੇਜੀ ਹੈ ਤੇ ਨਾਲ ਹੈ ਕੁਰਾਨ ਸ਼ਰੀਫ ਦਾ ਗ੍ਰੰਥ ਭੇਜਿਆ ਹੈ। ਅਹਿਦ ਕਰੇ ਵਿੱਚ ਦਿਓ ਖੁਦਾਏ, ਸੱਚੇ ਪਾਤਸ਼ਾਹ ਤੁਹਾਡੇ ਤੇ ਸਾਡੇ ਵਿੱਚ ਜਾਮੀ ਪਤਾ ਕੌਣ ਹੈ? ਪਰਮੇਸ਼ਵਰ। ਪਹਿਲਾਂ ਵੀ ਇਹੀ ਕਹਿ ਕੇ ਉਹਨਾਂ ਨੇ ਕਿਹਾ ਸੀ ਨਾ ਕਿਲਾ ਛੱਡ ਦਿਓ ਤੇ ਹਮਲਾ ਨਹੀਂ ਕਰਾਂਗੇ ਮਹਾਰਾਜ। ਹੁਣ ਵੀ ਉਹੀ ਕਸਮਾਂ, ਉਹੀ ਝੂਠ। ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਦੇ ਮੁਖ ਤੇ ਸਾਫ਼ ਝੂਠ ਦਿਸਦਾ ਹੈ, ਕਿਉਂਕਿ ਖਾਲਸਾ ਜੀ ਜਿਹੜਾ ਝੂਠਾ ਬੰਦਾ ਹੁੰਦਾ ਹੈ ਨਾ, ਉਹ ਬੜੀਆਂ ਹੀ ਗੱਲਾਂ ਬਣਾਉਣੀਆਂ ਜਾਣਦਾ। ਪਰ ਜਿਹੜੇ ਧਾਰਮਿਕ ਬੰਦੇ ਹੁੰਦੇ ਨੇ, ਜਿਹੜੇ ਅੰਦਰੋਂ ਜਿਗਿਆਸੁਕ ਹੁੰਦੇ ਨੇ, ਜਿਨ੍ਹਾਂ ਦੇ ਅੰਦਰੋਂ ਜਾਗਰਿਕ ਬੁੱਧੀ ਹੁੰਦੀ ਹੈ, ਉਹ ਫਟ ਪਛਾਣ ਲੈਂਦੇ ਨੇ ਝੂਠ ਬੋਲ ਰਿਹਾ। ਪਰ ਉਹ ਕਈ ਵਾਰੀ ਮੂੰਹ ਦੇ ਉੱਤੇ ਝੂਠ ਉਹਦਾ ਪਕੜਦੇ ਨਹੀਂ, ਉਹਨੂੰ ਮਾਫ ਕਰਨੇ ਨੂੰ ਵੱਡਾ ਸਮਝਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਅੰਤਰਜਾਮੀ ਘਟਾਂ ਘਟਾਂ ਦੇ ਜਾਣਨ ਵਾਲੇ, ਇਹ ਜਾਣਦੇ ਨੇ ਝੂਠ ਬੋਲ ਰਹੇ ਨੇ, ਮਹਾਰਾਜ ਸੁਣੀ ਜਾਂਦੇ ਨੇ ਫੇਰ ਵੀ। ਸਪਥ ਮੁਹੰਮਦ ਕੀ ਤਿਨ ਖਾਏ, ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸ਼ਪਥ, ਸ਼ਪਥ ਕਹਿੰਦੇ ਨੇ ਪ੍ਰੋਮਿਸ ਕਰਨਾ। ਆਈ ਸਵੇਅਰ, ਮੈਂ ਗੋਡ ਦੀ ਕਸਮ ਖਾਨਾ। ਕਹਿੰਦੇ ਮੁਹੰਮਦ ਸਾਹਿਬ ਦੀ ਸ਼ਪਥ ਚੁੱਕੀ ਹੈ ਔਰੰਗਜ਼ੇਬ ਨੇ। ਜਿਮਰਾਵਰ ਕੋ ਮਨ ਪਤਿਆਵੈ, ਜਿਸ ਤਰ੍ਹਾਂ ਮਹਾਰਾਜ ਤੁਸੀਂ ਮੰਨੋਗੇ ਅਸੀਂ ਉਹ ਕੰਮ ਕਰਨ ਨੂੰ ਤਿਆਰ ਹਾਂ, ਪਰ ਇੱਕ ਵਾਰੀ ਕਿਲਾ ਛੱਡ ਦਿਓ। ਤਿਮ ਤੁਮ ਚਲਹੁ ਨ ਕੋ ਅਟਕਾਵੈ, ਸੱਚੇ ਪਾਤਸ਼ਾਹ ਤੁਹਾਨੂੰ ਕੋਈ ਨਹੀਂ ਰੋਕੇਗਾ। ਜਿਹੜੇ ਬੰਦਿਆਂ ਨੇ ਤੁਹਾਡਾ ਧਨ ਲੁੱਟਿਆ ਸੀ ਨਾ, ਅਸੀਂ ਉਹਨਾਂ ਨੂੰ ਤਾਂ ਦੰਡ ਦੇ ਹੀ ਦਿੱਤਾ। ਹੁਣ ਤੁਹਾਨੂੰ ਕੋਈ ਨਹੀਂ ਰੋਕੇਗਾ, ਅਸੀਂ ਤਾਂ ਤੁਹਾਨੂੰ ਅੱਗੇ ਕਰਕੇ ਆਵਾਂਗੇ। ਜੇ ਹਜ਼ਰਤ ਕੋ ਆਛਾ ਐਸੀ, ਜੇ ਹਜ਼ਰਤ ਨੂੰ ਇਹ ਚੰਗਾ ਲੱਗਦਾ ਹੈ ਨੌਰੰਗੇ ਨੂੰ, ਔਰੰਗਜ਼ੇਬ ਨੂੰ, ਤੁਸੀਂ ਉਹ ਕਰ ਦਿਓ। ਅਪੁਰਬ ਰੋ ਕਰ ਸਕੈ ਸੁ ਕੈਸੇ, ਮਹਾਰਾਜ ਉਹ ਤਾਂ ਤੁਹਾਨੂੰ ਆਪਣਾ ਪੈਗੰਬਰ ਸਮਝਦਾ, ਉਹ ਆਪਣਾ ਬੁਰਾ ਥੋੜੀ ਕਰੇਗਾ। ਆਪਣੇ ਪੈਗੰਬਰ ਦਾ ਬੁਰਾ ਕਰਨਾ ਆਪਣਾ ਬੁਰਾ ਕਰਨਾ। ਉਹ ਸੱਚੇ ਪਾਤਸ਼ਾਹ ਤੁਹਾਡੇ ਹੱਕ ਵਿੱਚ ਹੈ। ਗਿਰਪਤ ਸਗਰੇ ਕਰ ਕਰ ਆਨ, ਮਹਾਰਾਜ ਸਾਰੇ ਪਹਾੜੀ ਰਾਜੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਨੇ। ਪਠੇ ਆਪ ਕੇ ਟਿਗ ਪ੍ਰਧਾਨ, ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਢਿੱਗ ਸਾਰਿਆਂ ਨੇ ਇਹ ਬੇਨਤੀ ਕੀਤੀ ਹੈ। ਠਾਕੁਰ ਧੇਨ ਧਰਮ ਵਿੱਚ ਦੀਨੇ, ਸੱਚੇ ਪਾਤਸ਼ਾਹ ਠਾਕੁਰਾਂ ਦੀ ਕਸਮ ਖਾਂਦੇ ਨੇ ਪਹਾੜੀ ਰਾਜੇ, ਕਿਉਂਕਿ ਉਹ ਮੂਰਤੀ ਪੂਜਾ ਕਰਦੇ ਸੀਗੇ। ਕਹਿੰਦੇ ਮਹਾਰਾਜ ਠਾਕੁਰਾਂ ਦੀ ਕਸਮ ਖਾਂਦੇ ਨੇ। ਦੂਜੀ ਕਿਹਦੀ ਕਹੀ? ਠਾਕੁਰ ਧੇਨ। ਠਾਕੁਰ ਧੇਨ, ਧੇਨ ਕਹਿੰਦੇ ਨੇ ਜੀ ਗਊ ਦੀ ਕਸਮ ਨੂੰ, ਗਊ ਦੀ ਕਸਮ ਖਾਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਠਾਕੁਰਾਂ ਦੀ ਕਸਮ ਖਾਂਦੇ ਨੇ ਪਹਾੜੀ ਰਾਜੇ, ਕਿਉਂਕਿ ਕਈ ਪੱਥਰਾਂ ਨੂੰ ਪੂਜਦੇ ਸੀਗੇ, ਕਈ ਗਊ ਮਾਤਾ ਨੂੰ ਪੂਜਦੇ ਸੀ। ਮਹਾਰਾਜ ਆਟੇ ਦੀ ਗਊ ਹੈ, ਨਾਲ ਚੱਕੂ ਪਿਆ, ਜੇ ਇਹ ਅਸੀਂ ਤੁਹਾਡੇ ਉੱਤੇ ਹਮਲਾ ਕਰੀਏ ਤੇ ਸਾਨੂੰ ਇਹ ਗਊ ਦੇ ਵੱਧ ਦਾ ਪਾਪ ਲੱਗੇਗਾ, ਗਊ ਦੀ ਹੱਤਿਆ ਦਾ। ਸੱਚੇ ਪਾਤਸ਼ਾਹ ਤੁਸੀਂ ਕਿਲਾ ਛੱਡ ਦਿਓ, ਕਿਰਪਾ ਕਰੋ। ਅਸੀਂ ਠਾਕੁਰਾਂ ਦੀ ਕਸਮ ਖਾਂਦੇ ਹਾਂ, ਕੁਰਾਨ ਸ਼ਰੀਫ ਦੀ ਕਸਮ ਖਾਂਦੇ ਹਾਂ, ਅਸੀਂ ਗਊ ਦੀ ਕਸਮ ਖਾਂਦੇ ਹਾਂ, ਆਪਣੇ ਪੀਰਾਂ ਪੈਗੰਬਰਾਂ ਦੀ ਕਸਮ ਖਾਂਦੇ ਹਾਂ, ਹਮਲਾ ਨਹੀਂ ਕਰਾਂਗੇ। ਤਜਹੁ ਜੰਗ ਅਬ ਆਛ ਸੁਚੀਨੇ, ਸੱਚੇ ਪਾਤਸ਼ਾਹ ਮਹਾਰਾਜ ਜੰਗ ਛੱਡ ਦਿਓ, ਕਿਰਪਾ ਕਰੋ। ਆਪ ਜੀ ਜੰਗ ਦੀ ਗੱਲ ਬੜੀ ਬੁਰੀ ਲੱਗਦੀ ਹੈ। ਉਨ ਪੰਮਾ ਬੋਲਿਓ ਕਰ ਜੋਰ, ਇਹ ਖਾਲਸਾ ਜੀ ਸਭ ਤੋਂ ਪਾਪੀ ਸੀਗਾ। ਪਹਾੜੀਆਂ ਦਾ ਜਿਹੜਾ ਪੁਰੋਹਿਤ ਹੈ ਨਾ, ਉਹਦਾ ਨਾਮ ਸੀ ਪੰਮਾ ਪੁਰੋਹਿਤ।
ਸੱਚੇ ਪਾਤਸ਼ਾਹ ਮਹਾਰਾਜ ਨੂੰ ਚਾਪਲੂਸੀ ਕਰਨ ਲੱਗਾ। श्री प्रभ सब नमरी तुम और। ਸੱਚੇ ਪਾਤਸ਼ਾਹ ਸਾਰੇ ਨਿਮਰ ਰਹੇ ਨੇ, ਦੇਖੋ ਤੁਹਾਨੂੰ ਸਾਰੇ ਹੀ ਮੱਥਾ ਟੇਕ ਰਹੇ ਨੇ। ਕਈ ਵਾਰੀ ਕਈ ਬੰਦੇ ਕਿਸੇ ਨੂੰ ਨਾਲ ਲੈ ਕੇ ਆਣ ਨਾ, ਜੇ ਉਹਨਾਂ ਨੇ ਗੱਲ ਮਨਵਾਣੀ ਹੋਵੇ ਨਾ, ਕਿਹਾ ਦੇਖੋ ਮਹਾਰਾਜ ਇਹ ਤੇ ਤੁਹਾਡੇ ਤੋਂ ਬਾਹਰ ਹੈ ਹੀ ਨਹੀਂ, ਇਹ ਤੇ ਸਾਰੇ ਤੁਹਾਨੂੰ ਚੁੱਪ ਕੇ ਮਿਲ ਰਹੇ ਨੇ, ਇਹ ਤੇ ਮਹਾਰਾਜ ਸਹੁੰ ਚੱਕ ਰਹੇ ਨੇ, ਹੁਣ ਤੇ ਇਹਨਾਂ ਦੀ ਗੱਲ ਮੰਨ ਲਓ। ਉਹ ਸਾਡੇ ਮੂੰਹ ਦੇ ਅੰਦਰ ਸ਼ਬਦ ਪਾਣਾ ਚਾਹੁੰਦੇ ਨੇ, ਆਪਣੇ ਸ਼ਬਦ ਜਿਹੜੇ ਨੇ ਉਹ ਸਾਡੇ ਮੂੰਹ 'ਚ ਪਾਣਾ ਚਾਹੁੰਦੇ ਨੇ। ਉਹ ਕਈ ਐਸੇ ਬੰਦੇ ਵੀ ਆਉਂਦੇ ਨੇ, ਪੰਮਾ ਉਹਨਾਂ 'ਚੋਂ ਦੁਸ਼ਟ ਪਾਪੀ ਹੈ। ਪੰਮਾ ਪੁਰੋਹਿਤ ਕਹਿੰਦਾ ਮਹਾਰਾਜ ਇਹਨਾਂ ਦੀ ਗੱਲ ਤੇ ਯਕੀਨ ਕਰੋ। ਨਹ ਪੂਰਬ ਕੀ ਬਾਤ ਵਿਚਾਰੋ। ਸੱਚੇ ਪਾਤਸ਼ਾਹ ਜਿਹੜੀ ਪਹਿਲਾਂ ਗੱਲ ਹੋਈ ਹੈ ਨਾ, ਜਿਹੜਾ ਧਨ ਲੁੱਟਿਆ ਇਹਨਾਂ ਨੇ, ਉਹ ਬੰਦਿਆਂ ਨੂੰ ਅਸੀਂ ਦੰਡ ਦੇ ਦਿੱਤਾ, ਉਹ ਗੱਲ ਨੂੰ ਭੁੱਲ ਜਾਓ। ਕਾਜ ਅਚਾਨਕ ਕਰਿਓ ਬਿਗਾਰੋ। ਮਹਾਰਾਜ ਉਹ ਜਿਹੜੇ ਬੰਦਿਆਂ ਨੇ ਕਾਜ ਵਿਗਾੜਿਆ ਨਾ, ਉਹਨਾਂ ਨੂੰ ਪੱਕਾ ਸਜ਼ਾ ਦਿੱਤੀ ਹੈ। ਅਸੀਂ ਇਹ ਗੱਲ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਨੇ ਹਾਂ। ਕਿਸ ਰਾਜੇ ਕੋ ਮਤ ਇਮ ਨਾਹੀ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਇਹ ਨਾ ਜਾਣੋ ਬਈ ਇਹ ਰਾਜਿਆਂ ਨੇ ਕੀਤਾ, ਭਾਵ ਅਰਥ ਪਹਾੜੀ ਰਾਜਿਆਂ ਨੇ ਨਹੀਂ ਇਹ ਲੁੱਟ ਕਰਵਾਈ, ਨਾ ਮੁਗਲਾਂ ਨੇ ਕਰਾਈ ਹੈ। ਇਹਦੇ ਵਿੱਚ ਕੁਝ ਸ਼ਰਾਰਤੀ ਬੰਦੇ ਸੀਗੇ। ਹੁਣ ਮਹਾਰਾਜ ਜਾਣਦੇ ਨਹੀਂ ਉਹ ਸ਼ਰਾਰਤੀ ਬੰਦੇ ਵੀ ਤੁਹਾਡੇ ਹੀ ਸੀਗੇ। ਉਹ ਮਹਾਰਾਜ ਨੂੰ ਇੱਕ ਆਮ ਇਨਸਾਨ ਜਾਣ ਰਹੇ ਨੇ, ਉਹ ਨਹੀਂ ਜਾਣਦੇ ਕਲਗੀਧਰ ਪਾਤਸ਼ਾਹ ਨੇ, ਅੰਤਰਯਾਮੀ ਨੇ। ਪਰੇ ਲੁਟੇਰੇ ਬੈਲਨ ਮਾਹੀ। ਮਹਾਰਾਜ ਅਸੀਂ ਤੇ ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ, ਕਾਰਾਗ੍ਰਹਿ 'ਚ ਬੰਦ ਕਰ ਦਿੱਤਾ, ਜਿਨ੍ਹਾਂ ਨੇ ਤੁਹਾਡਾ ਧਨ ਲੁੱਟਿਆ ਸੀ। ਕਰ ਸਾਬਤ ਸਭ ਹੀ ਗਹਿਲੀਨੇ। ਸੱਚੇ ਪਾਤਸ਼ਾਹ ਅਸੀਂ ਉਹਨਾਂ ਨੂੰ ਕਾਬੂ ਕਰ ਲਿਆ, ਸਣੇ ਜੋ ਸਮਾਨ ਚੋਰੀ ਕੀਤਾ ਸੀ ਉਹਦੇ ਸਣੇ ਧਰ ਲਿਆ ਹੈ। ਮਾਰਨ ਕਰੇ ਕੈਦ ਬਹੁ ਕੀਨੇ। ਅਸੀਂ ਮਾਰਨਾ ਵੀ ਕੀਤਾ, ਕੈਦ ਵੀ ਕੀਤਾ ਹੈ। ਪਰਿਓ ਸਭਿਨ ਮਹਿ ਅਬ ਡਰ ਭਾਰੀ। ਹੁਣ ਮਹਾਰਾਜ ਸਾਰਿਆਂ 'ਚ ਬੜਾ ਡਰ ਪੈ ਗਿਆ। ਹੁਣ ਤੁਸੀਂ ਜਾਓਗੇ ਨਾ, ਤੁਹਾਨੂੰ ਕੋਈ ਹਮਲਾ ਨਹੀਂ ਕਰੇਗਾ, ਕੋਈ ਲੁੱਟੇਗਾ ਨਹੀਂ, ਤੁਸੀਂ ਬੇਫਿਕਰ ਹੋ ਕੇ ਕਿਲਾ ਛੱਡ ਦਿਓ। ਨਹ ਕੋ ਹਿਰ ਹੈ ਔਰ ਤੁਹਾਰੀ। ਸੱਚੇ ਸੱਚੇ ਪਾਤਸ਼ਾਹ ਤੁਹਾਡੇ ਵੱਲ ਕੋਈ ਨਹੀਂ ਦੇਖੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾ ਰਹੇ ਨੇ ਤਖਤ ਤੇ ਖੜੇ, ਉਹਨਾਂ ਦੀ ਬੇਨਤੀ ਸੁਣ ਕੇ। ਇੱਕ ਬਾਰ ਤਜ ਦੁਰਗ ਸਿਧਾਰ ਹੋ। ਸੱਚੇ ਪਾਤਸ਼ਾਹ ਇੱਕ ਵਾਰੀ ਕਿਲਾ ਛੱਡ ਦਿਓ ਆਨੰਦਪੁਰ ਦਾ। ਖਾਲਸਾ ਜੀ ਸੋਚ ਕੇ ਦੇਖੋ, ਇੱਕ ਵਾਰੀ ਆਪਣੇ ਜ਼ਿਹਨ ਵਿੱਚ ਇਹ ਵਾਲਾ ਸੀਨ ਵਿਜ਼ੂਅਲਾਈਜ਼ ਕਰੋ ਜਰਾ। ਕਲਗੀਧਰ ਪਾਤਸ਼ਾਹ ਦੇ ਕੋਲ 7 ਮਹੀਨੇ ਤੋਂ ਅੰਦਰ ਕਿਲੇ ਦੇ ਭੁੱਖੇ ਪਿਆਸੇ ਸਿੰਘ ਜਿਹੜੇ ਨਿਰਬਲ ਹੋ ਗਏ ਨੇ, ਉਹਨਾਂ ਦੀ ਵੀ ਗਿਣਤੀ 200-250, ਕਿਉਂਕਿ ਕਿਲੇ ਦੇ ਅੰਦਰ ਆਨੰਦਪੁਰ ਸਾਹਿਬ ਜਾਈਏ ਅਸੀਂ, ਬਹੁਤ ਵੱਡਾ ਕਿਲਾ ਨਹੀਂ ਹੈ। 200 ਨਹੀਂ ਤੇ 500 ਸਿੰਘ ਵੱਧ ਤੋਂ ਵੱਧ, ਕਿਉਂਕਿ ਜਦੋਂ ਮਹਾਰਾਜ ਨੇ ਘੇਰਾ ਛੱਡਿਆ ਤੇ 500 ਸਿੰਘ ਨਾਲ ਸੀਗੇ। ਆਸਾਂ ਦੀ ਵਾਰ ਪਹਿਲੀ ਲਾਈ ਹੈ ਜਦੋਂ, ਉੱਥੇ 250 ਸਿੰਘ ਸ਼ਹੀਦ ਹੋਇਆ, ਤਾਂ ਉਹ ਗਿਣਤੀ ਤੋਂ ਪਤਾ ਲੱਗਦਾ ਵੀ 500 ਤੋਂ ਵੱਧ ਸਿੰਘ ਨਹੀਂ ਸੀਗੇ। ਸਾਹਮਣੇ ਬਾਹਰ ਖੜੀ ਹੈ 2.5 ਲੱਖ ਦੀ ਫੌਜ, ਮਿੰਨਤਾਂ ਦੇਖੋ ਕਿਸ ਤਰ੍ਹਾਂ ਕਰ ਰਹੇ ਨੇ। ਗੱਲ ਕੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਤੋਂ ਡਰ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਧਿਆਤਮ ਜਿਹੜੀ ਸ਼ਕਤੀ ਹੈ ਨਾ, ਉਸ ਤੋਂ ਡਰ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁਰਾਣੇ ਕੀਤੇ ਜੰਗਾਂ ਤੋਂ ਡਰ ਲੱਗਦਾ ਹੈ, ਕਿਉਂਕਿ ਜਿਹੜਾ ਪਹਿਲਾਂ ਇਹਨਾਂ ਨੇ ਜੰਗ ਕੀਤਾ ਸੀ ਨਾ, ਅਨੰਦਪੁਰ ਸਾਹਿਬ ਘੇਰਿਆ ਸੀ, ਜਦੋਂ ਕੇਸਰੀ ਚੰਦ ਦਾ ਸੀਸ ਉਡਾ ਕੇ ਲੈ ਗਿਆ ਨਾ ਉਦੈ ਸਿੰਘ, ਪਹਾੜੀ ਰਾਜੇ ਭੀਮ ਚੰਦ ਦਾ ਸਾਲਾ ਸੀਗਾ, ਉਹਦੀ ਘਰ ਆ ਕੇ, ਉਹਦੀ ਘਰਵਾਲੀ ਨੇ, ਕਿਉਂਕਿ ਉਹਦਾ ਭਰਾ ਲੱਗਦਾ ਸੀ, ਉਹਨੇ ਆ ਕੇ ਛਾਤੀ ਤੇ ਜ਼ੋਰ ਦੇ ਹੱਥ ਮਾਰੇ ਸੀ ਭੀਮ ਚੰਦ ਨੇ। ਕਿਹਾ ਤੂੰ ਮੇਰਾ ਭਰਾ ਮਰਵਾਇਆ ਜੰਗ ਦੇ ਅੰਦਰ, ਸਾਨੂੰ ਤੀਵੀਆਂ ਨੂੰ ਰੰਡੀਆਂ ਕਰਵਾਇਆ, ਤੇਰੇ ਤੋਂ ਇੱਕ ਗੁਰੂ ਨਹੀਂ ਫੜਿਆ ਗਿਆ। ਉਹ ਵੈਣ ਜਿਹੜਾ ਉਹਨਾਂ ਨੂੰ ਡਰ ਪਾਉਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਯੋਧਿਆਂ ਤੋਂ ਡਰ ਲੱਗਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਿਜਲੀ ਵਰਗਾ ਯੋਧਾ ਬਚਿੱਤਰ ਸਿੰਘ ਤੋਂ ਡਰ ਲੱਗਦਾ, ਜਿਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰੀ ਸੀ ਤੇ 7 ਤਵੇ ਬੰਨੇ ਸੀਗੇ। ਜਿਹੜਾ ਤਵਾ ਹੁੰਦਾ ਨਾ ਖਾਲਸਾ ਜੀ, ਕਦੀ ਸਾਰਿਆਂ ਨੇ ਘਰ ਦੇ ਅੰਦਰ ਸਾਡੇ ਤਵੇ ਹੈਗੇ ਨੇ, ਉਹ ਘੱਟੋ ਘੱਟ ਕੁਛ ਨਹੀਂ ਤੇ 4 ਜਾਂ 5 mm ਮੋਟਾ ਤਾਂ ਹੁੰਦਾ ਹੀ ਹੈ। ਉਹ ਜੇ ਉਹ ਮੋਟੀ ਤਵੀ ਹੋਵੇ ਤੇ ਉਹ ਘੱਟੋ ਘੱਟ 12 mm ਮੋਟਾ ਵੀ ਹੁੰਦਾ। ਜੇ ਅਸੀਂ ਹੁਣ ਸਾਰਿਆਂ ਨੂੰ 7 ਨਾਲ ਗੁਣਾ ਕਰ ਲਈਏ ਤੇ 84 mm ਤਕਰੀਬਨ 1 ਫੁੱਟ ਮੋਟਾ ਬਣ ਜਾਂਦਾ ਤਵਾ। ਉਹਦੇ ਅੰਦਰ ਨਾਗਣੀ ਮਾਰਨੀ ਕਿੰਨਾ ਯੋਧੇ ਸੂਰਵੀਰ ਦਾ ਕੰਮ ਸੀਗਾ। ਉਹਦੇ ਬਾਅਦ ਨਾਗਣੀ ਵੀ ਕਿੱਦਾਂ ਮਾਰੀ? ਘੋੜੇ ਤੇ ਚੜਿਆ ਹੋਇਆ ਸਿੰਘ, ਪੈਰ ਰਕਾਬਾਂ ਦੇ ਅੰਦਰ ਨੇ ਤੇ ਲਗਾਮ ਜਿਹੜੀ ਆ ਘੋੜੇ ਦੀ ਮੂੰਹ 'ਚ ਪਾ ਲਈ। ਘੋੜਾ ਬਿਜਲੀ ਦੀ ਤਰ੍ਹਾਂ ਚੱਲ ਰਿਹਾ ਹੈ, ਉਪਰੰਤ ਸੱਜੇ ਹੱਥ 'ਚ ਨਾਗਣੀ ਹੈ। ਪੂਰਾ ਬਲ ਜ਼ੋਰ ਦਾ ਸੱਜੇ ਹੱਥ 'ਚ ਦੇ ਕੇ ਹਾਥੀ ਦੇ ਮੱਥੇ ਦੇ ਵਿੱਚ ਖੋਬਿਆ,
ਚਲਦੇ ਘੋੜੇ ਦੇ ਉੱਤੇ, ਵੇਗਦਾਰ ਘੋੜੇ ਤੇ ਇੰਨਾ ਬਲ ਸੀਗਾ। ਉਸ ਤੋਂ ਡਰ ਲੱਗਦਾ ਹੈ ਤਾਂ 2.5 ਲੱਖ ਦੀ ਫੌਜ ਕਿਲੇ ਤੇ ਅਟੈਕ ਨਹੀਂ ਕਰ ਰਹੀ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਜਰਨੈਲਾਂ ਤੋਂ ਡਰ ਲੱਗਦਾ। 2.5 ਲੱਖ ਦੀ ਫੌਜ ਤਨਖਾਹ ਲੈਂਦੀ ਹੈ, ਗੁਰੂ ਦੀ ਫੌਜ 7 ਮਹੀਨੇ ਤੋਂ ਭੁੱਖੀ ਬੈਠੀ ਹੈ ਪ੍ਰੇਮ ਕਰਕੇ। ਇਹ ਫਰਕ ਹੈ ਤਨਖਾਹ ਲੈਣ ਵਾਲਿਆਂ 'ਚ ਤੇ ਪ੍ਰੇਮ ਕਰਨ ਵਾਲਿਆਂ 'ਚ। ਜਿਹੜੇ ਤਨਖਾਹ ਲੈਂਦੇ ਨੇ ਉਹ ਸਿਰ ਝੁਕਾ ਕੇ ਰੱਖਦੇ ਨੇ, ਤੇ ਜਿਹੜੇ ਪ੍ਰੇਮ ਕਰਦੇ ਨੇ ਉਹ ਗੁਰੂ ਲਈ ਆਪਣਾ ਸੀਸ ਕੁਰਬਾਨ ਕਰ ਦਿੰਦੇ ਨੇ, ਪਰਵਾਹ ਨਹੀਂ ਕਰਦੇ। ਉਹਨਾਂ ਤੋਂ ਡਰ ਲੱਗਦਾ ਇਹਨਾਂ ਨੂੰ। ਉਹ ਤਾਂ 2.5 ਲੱਖ ਦੀ ਫੌਜ 500 ਸਿੰਘਾਂ ਤੋਂ ਡਰਦੀ ਹੈ, ਭੈ ਰੱਖਦੀ ਹੈ। ਔਰੰਗਜ਼ੇਬ ਬਾਦਸ਼ਾਹ, ਦਿੱਲੀ ਦਾ, ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਡਰਦਾ ਹੈ। ਖਾਲਸਾ ਜੀ, ਇਹ ਸਾਡੇ ਗੁਰੂ ਦੀ ਵੱਡੀ ਵਡਿਆਈ ਹੈ। ਪੁਨ ਵਿੱਚ ਰਹੋ ਜਹ ਇੱਛਾ ਤਾਰਹੁ। ਸੱਚੇ ਪਾਤਸ਼ਾਹ ਕਹਿੰਦੇ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ, ਪੰਮਾ ਪੁਰੋਹਿਤ ਮਹਾਰਾਜ ਔਰੰਗਜ਼ੇਬ ਤਾਂ ਕਹਿੰਦਾ ਤੁਸੀਂ ਕਿੱਥੇ ਵੀ ਵਿਚਰ ਲਓ, ਅਸੀਂ ਤੁਹਾਨੂੰ ਰੋਕਾਂਗੇ ਨਹੀਂ, ਤੁਸੀਂ ਇੱਕ ਵਾਰੀ ਬਸ ਕਿਲਾ ਛੱਡ ਦਿਓ। ਇਤਿਆਦਿਕ ਦੂਤਨ ਬਚ ਕਹੇ। ਇਸ ਪ੍ਰਕਾਰ ਦੂਤਾਂ ਨੇ ਜਦੋਂ ਬਚਨ ਕਹੇ, ਜਿਮ ਕੰਚਨ ਕਟ ਮਹਿ ਬਿਖ ਅਹੇ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਤੁਹਾਡੇ ਬਚਨ ਪਤਾ ਕਿਸ ਤਰ੍ਹਾਂ ਨੇ? ਇੱਕ ਸੋਨੇ ਦਾ ਭਾਂਡਾ ਹੋਵੇ ਤੇ ਉਹਦੇ ਅੰਦਰ ਜ਼ਹਿਰ ਪਾ ਦਈਏ। ਇਹ ਪੰਕਤੀ ਭਾਈ ਸਾਹਿਬ ਦੁਬਾਰਾ ਪੜ੍ਹਦੇ ਨੇ। ਇਸ ਨੂੰ ਕਹਿੰਦੇ ਨੇ ਉਪਮਾ ਅਲੰਕਾਰ ਨਾਲ ਗੱਲ ਕਹਿਣੀ। ਇਹਦੇ ਅੰਦਰ ਕਵੀਰਾਜ ਭਾਈ ਸੰਤੋਖ ਸਿੰਘ ਬੜੇ ਨਿਪੁੰਨ ਨੇ। ਦੁਬਾਰਾ ਭਾਈ ਸਾਹਿਬ ਪੜ੍ਹਦੇ ਨੇ, ਅਰਥਾਂ ਵੱਲ ਧਿਆਨ ਦਿਓ ਜੀ। ਜਿਮ ਕੰਚਨ ਕਟ ਮਹਿ ਬਿਖ ਅਹੇ। ਜਿਮ ਕੰਚਨ ਘਟ ਮੈਂ ਬਿਖ ਅਹੈ। ਕੰਚਨ ਕਹਿੰਦੇ ਨੇ ਸੋਨੇ ਨੂੰ, ਘਟ ਕਹਿੰਦੇ ਨੇ ਘੜੇ ਨੂੰ। ਕੰਚਨ ਸੋਨੇ ਦੇ ਭਾਂਡੇ ਦੇ ਅੰਦਰ ਜੇ ਜ਼ਹਿਰ ਪਾਇਆ ਹੋਵੇ, ਉਹ ਕੰਚਨ ਦੇ ਭਾਂਡੇ ਨੂੰ ਸੋਨੇ ਦੇ ਭਾਂਡੇ ਨਾਲ ਅਸੀਂ ਉਹ ਵਸਤੂ ਜ਼ਹਿਰੀਲੀ ਪੀ ਤਾਂ ਨਹੀਂ ਸਕਦੇ ਵੀ ਸੋਨੇ ਦਾ ਭਾਂਡਾ। ਇਸ ਕਰਕੇ ਜਿਹੜੇ ਤੁਹਾਡੇ ਬਚਨ ਨੇ, ਤੁਹਾਡਾ ਮੂੰਹ ਸੋਨੇ ਵਰਗਾ ਹੈ ਪਰ ਤੁਹਾਡੇ ਹਿਰਦੇ ਦੀ ਗਹਿਰਾਈ ਦੇ ਅੰਦਰ ਬਿਖ ਭਰੀ ਹੈ, ਜ਼ਹਿਰ ਭਰੀ ਹੈ, ਤੁਸੀਂ ਧੋਖਾ ਕਰੋਗੇ। ਗੁਰੂ ਗੋਬਿੰਦ ਸਿੰਘ ਮੂੰਹ ਤੇ ਕਹਿ ਦਿੰਦੇ ਸੀ। ਉਹਨਾਂ ਨੂੰ ਕਾਹਦਾ ਡਰ ਹੈ? ਵਾਹ ਪਰਮੇਸ਼ਵਰ ਨੇ, ਸੱਚੇ ਪਾਤਸ਼ਾਹ ਡਰ ਨਹੀਂ ਕੀਤਾ। ਕਹੀ ਲਾਪਚਾਰੀ ਸਭ ਬਾਤ। ਮਹਾਰਾਜ ਕਹਿੰਦੇ ਆ ਤੁਸੀਂ ਲੀਪਾ ਪੂਚੀਆਂ ਜੀ ਕਰਦੇ ਹੋਗੇ, ਔਰੰਗਜ਼ੇਬ ਦੀਆਂ ਡਰਦੇ ਹੋਗੇ। ਅਸੀਂ ਕਿਲਾ ਨਹੀਂ ਛੱਡਣਾ, ਜਾਓ, ਤੁਸੀਂ ਤੁਹਾਨੂੰ ਕਹਿ ਦਿੱਤਾ, ਦਫਾ ਹੋ ਜਾਵੋ ਇੱਥੋਂ। ਗੁਰ ਕੇ ਔਰ ਸਗਰੀ ਇਖਿਆਤ। ਗੁਰ ਕੇ ਉਰ, ਗੁਰ ਕੇ ਔਰ ਸਗਰੀ ਇਖਿਆਤ। ਖਾਲਸਾ ਜੀ, ਜਦੋਂ ਪਾਠ ਕਰਨਾ ਬੜਾ ਧਿਆਨ ਦੇਣਾ। ਹੁਣ ਜੇ ਇੱਥੇ ਭਾਈ ਸਾਹਿਬ ਨੇ ਪੜ੍ਹਤਾ ਔਰ, ਗੁਰ ਕੇ ਔਰ, ਉਹਦਾ ਅਰਥ ਹੁੰਦਾ ਗੁਰੂ ਤੇ ਔਰ ਸੈਕਿੰਡ ਪਰਸਨ। ਹੁਣ ਇੱਥੇ ਗੁਰ ਕੇ ਉਰ, ਉਰ ਮਤਲਬ ਹਿਰਦਾ, ਉਹ ਅਰਥ ਦਾ ਅਨਰਥ ਹੋ ਜਾਏਗਾ। ਗੁਰ ਕੇ ਉਰ ਸਮਗਰੀ ਇਖਿਆਤ। ਜਿੰਨੀ ਵੀ ਗੁਰੂ ਦੇ ਕੋਲ ਸਮਗਰੀ ਸੀ, ਮਹਾਰਾਜ ਕਹਿੰਦੇ ਉਹ ਸਾਰੀ ਸਮਗਰੀ ਅਸੀਂ ਤੁਹਾਨੂੰ ਨਹੀਂ ਦੇਣੀ, ਅਸੀਂ ਆਪਣਾ ਧਨ ਖਾਲਸੇ ਨੂੰ ਦੇਣਾ ਹੈ। ਤਕਰੀਬਨ 9 ਕਰੋੜ ਰੁਪਈਆ ਸੀ ਖਾਲਸਾ ਜੀ, ਜਿਹੜਾ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲੇ ਕਿਲੇ ਦੇ ਅੰਦਰ ਸੀਗਾ। ਉਹ ਸਾਰਾ ਹੀ ਸਰਸਾ ਦਰਿਆ ਦੇ ਅੰਦਰ ਸੁਟਵਾਇਆ ਸੀਗਾ ਮਹਾਰਾਜ ਨੇ। ਇੱਕ ਡੋਰੀ ਵੀ ਜਿਹੜੀ ਹੁੰਦੀ ਹੈ ਨਾ, ਜਿਹੜੀ ਚੜ੍ਹਦੀ ਹੈ ਧਨੁਸ਼ ਦੇ ਉੱਤੇ, ਪ੍ਰਤਿਅੰਚਾ ਜਿਹਨੂੰ ਕਹਿੰਦੇ ਆ, ਉਹ ਡੋਰੀ ਵੀ ਮਹਾਰਾਜ ਨੇ ਸਰਸਾ ਸੁਟਵਾ ਦਿੱਤੀ ਸੀ। ਮਹਾਰਾਜ ਨੇ ਕਿਹਾ ਜਦੋਂ ਸਾਡਾ ਖਾਲਸਾ 96 ਕਰੋੜ ਹੋਵੇਗਾ, ਤਦੋਂ ਮਾਲ ਟੇਕਰੀ ਦੇ ਅੰਦਰ 3 ਦਿਨ ਸੋਨੇ ਦਾ ਲੰਗਰ ਚੱਲੇਗਾ, ਅਸ਼ਰਫੀਆਂ ਨਿਕਲਣਗੀਆਂ ਸੋਨੇ ਦੀਆਂ, ਤਦੋਂ ਲੰਗਰ ਗੁਰੂ ਦਾ ਖਾਲਸਾ ਛਕੇਗਾ। ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਇਸ ਪ੍ਰਕਾਰ ਵਕੀਲ ਬੇਨਤੀ ਲੈ ਕੇ ਆਏ। ਮਹਾਰਾਜ ਤਾਂ ਮੰਨੇ ਨਹੀਂ। ਹੁਣ ਉਹ ਅਗਲੀ ਬੇਨਤੀ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਗਏ। ਮਾਤਾ ਗੁਜਰੀ ਜੀ ਥੋੜੇ ਪ੍ਰੇਮ 'ਚ ਸੀਗੇ, ਭੋਲੇ ਸੁਭਾਅ ਦੇ ਸੀਗੇ। ਮਾਤਾ ਗੁਜਰੀ ਜੀ ਨੂੰ ਸਿੰਘਾਂ ਨੂੰ ਵਰਗਲਾ ਲਿਆ ਪਹਾੜੀ ਰਾਜਿਆਂ ਨੇ। ਕਿਹਾ ਮਹਾਰਾਜ ਤਾਂ ਮੰਨਦੇ ਨਹੀਂ, ਗੁਰੂ ਗੋਬਿੰਦ ਸਿੰਘ ਹੱਟ ਕਰਕੇ ਬੈਠੇ ਨੇ, ਅਸੀਂ 2.5 ਲੱਖ ਹਾਂ, ਤੁਸੀਂ 500, ਜੰਗ ਹੋਏਗਾ। ਮਾਤਾ ਜੀ ਏਦਾਂ ਹੀ ਕਿਉਂ ਬਗਾਨੇ ਪੁੱਤ ਮਰਵਾਣੇ ਨੇ ਜੰਗ ਦੇ ਅੰਦਰ? ਤੁਸੀਂ ਕਿਲਾ ਛੱਡ ਦਿਓ। ਜਿਹੜੇ ਬੰਦਿਆਂ ਨੇ ਹਮਲਾ ਕੀਤਾ ਸੀਗਾ ਤੁਹਾਡੇ ਧਨ ਤੇ, ਉਹਨਾਂ ਨੂੰ ਤਾਂ ਅਸੀਂ ਦੰਡ ਦੇ ਹੀ ਦਿੱਤਾ। ਤੁਸੀਂ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਤਾਂ ਮੰਨਦੇ ਨਹੀਂ, ਤੁਸੀਂ ਕਿਰਪਾ ਕਰਕੇ ਕਿਲਾ ਛਡਵਾ ਦਿਓ। ਖਾਲਸਾ ਜੀ, 4 ਤਰੀਕੇ ਹੁੰਦੇ ਨੇ ਆਪਣੀ ਗੱਲ ਮਨਵਾਉਣ ਦੇ: ਸਾਮ, ਦਾਮ, ਦੰਡ ਤੇ ਭੇਦ। ਪਹਿਲਾ ਹੁੰਦਾ ਹੈ क्षमा ਮੰਗ ਲੈਣੀ, ਦੁਸ਼ਮਣ ਦੇ ਜਾ ਕੇ ਚਰਨੀ ਪੈ ਜਾਣ ਵੀ ਅਸੀਂ ਨਹੀਂ ਜੰਗ ਲੜਦੇ, ਅਸੀਂ ਹਾਰ ਗਏ ਹਾਂ। ਉਹਨਾਂ ਨੇ ਦੇਖ ਲਿਆ ਵੀ ਗੁਰੂ ਗੋਬਿੰਦ ਸਿੰਘ क्षमा ਮੰਗਣ ਵਾਲਾ ਤਾਂ ਹੈ ਨਹੀਂ, ਸ਼ਾਮ ਤੇ ਇਹਦੇ ਅੱਗੇ ਚੱਲਣਾ ਨਹੀਂ। ਦਾਮ, ਜੇ ਖਰੀਦ ਲਓ ਪੈਸਾ ਦੇ ਕੇ। ਗ੍ਰੰਥਾਂ 'ਚ ਲਿਖਿਆ ਤੇਲ ਤਮਾ ਜਾਂ ਕੋ ਮਿਲੇ ਤੁਰਤ ਨਰਮ ਹੋ ਜਾਏ। ਜਿੱਥੇ ਤੇਲ ਦੇ ਦਈਏ ਨਾ, ਉਹ ਪੁਰਜਾ ਫਟਾਫਟ ਖੁੱਲ ਜਾਂਦਾ।
ਤੇ ਜਿੱਥੇ ਪੈਸਾ ਦੇ ਦਈਏ ਉੱਥੇ ਵੱਡੇ ਵੱਡੇ ਬੰਦੇ ਡੋਲ ਜਾਂਦੇ ਨੇ। ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਨੂੰ ਪੈਸਾ ਦੇ ਕੇ ਜਿੱਤਿਆ ਜਾ ਸਕਦਾ। ਸਾਮ ਦਾਮ ਦੰਡ, ਤੀਸਰਾ ਹੁੰਦਾ ਦੰਡ, ਵੀ ਕਿਸੇ ਦੇ ਨਾਲ ਜੰਗ ਲੜ ਲਈਏ। ਗੁਰੂ ਗੋਬਿੰਦ ਸਿੰਘ ਨਾਲ ਜੰਗ ਕੌਣ ਲੜੇ? ਉਹਦੇ ਤੀਰਾਂ ਦੀ ਮਾਰ ਕੌਣ ਝੱਲੇ? ਉਹਦੀ ਬੰਦੂਕਾਂ, ਉਹਦੀ ਤੋਪਾਂ ਦੀ ਮਾਰ ਕੌਣ ਝੱਲੇ? ਉਹਦੇ ਸਾਹਮਣੇ ਮੌਤ ਹੈ। ਗੁਰੂ ਗੋਬਿੰਦ ਸਿੰਘ ਤੇ ਆਪ ਕਾਲ ਦਾ ਸਰੂਪ ਨੇ। ਗੁਰੂ ਗੋਬਿੰਦ ਸਿੰਘ ਨਾਲ ਨਹੀਂ ਲੜਿਆ ਜਾਣਾ। ਚੌਥਾ ਹੁੰਦਾ ਭੇਦ, ਆਪਸ ਵਿੱਚ ਫੁੱਟ ਪਾ ਦੇਣੀ, ਆਪਸ ਦੇ ਅੰਦਰ ਫੁੱਟ ਪਾ ਕੇ ਲੜਾ ਦੇਣਾ। ਹੁਣ ਉਹਨਾਂ ਨੇ ਚੌਥਾ ਤਰੀਕਾ ਅਪਣਾਇਆ, ਨਾ ਸਾਮ ਦੇ ਨਾਲ, ਨਾ ਭੇਦ ਦਾ ਡੰਡ ਦੇ ਨਾਲ, ਤੇ ਨਾ ਹੀ ਦਾਮ ਦੇ ਨਾਲ ਗੁਰੂ ਨੂੰ ਨਹੀਂ ਜਿੱਤਿਆ ਜਾ ਸਕਦਾ। ਮਾਤਾ ਗੁਜਰੀ ਜੀ ਭੋਲੇ ਸੀਗੇ। ਮਾਤਾ ਗੁਜਰੀ ਜੀ ਕੋਲ ਆ ਕੇ ਕਿਹਾ, ਮਾਤਾ ਗੁਜਰੀ ਜੀ ਕਿਉਂ ਤੁਸੀਂ ਸਿੰਘਾਂ ਨੂੰ ਮਰਵਾਉਂਦੇ ਹੋ? ਕਿਰਪਾ ਕਰੋ, ਅਸੀਂ ਹਮਲਾ ਨਹੀਂ ਕਰਾਂਗੇ, ਸਿੰਘ ਬਹੁਤ ਭੁੱਖੇ ਨੇ। ਦੂਜੇ ਪਾਸੇ ਸਿੰਘ ਵੀ ਮਾਤਾ ਜੀ ਦੇ ਨਾਲ ਜਿਹੜੇ ਰਹਿੰਦੇ ਸੀਗੇ, ਹਜੂਰੀ ਸਿੰਘ, ਉਹ ਕਹਿੰਦੇ ਵੀ ਗੱਲ ਤਾਂ ਠੀਕ ਕਹਿ ਰਹੇ ਨੇ, ਕਿਉਂਕਿ ਖਾਲਸਾ ਜੀ ਭੁੱਖ ਬਹੁਤ ਅੰਦਰੋਂ ਤੰਗ ਕਰ ਰਹੀ ਹੈ। ਆਂਤੜੀਆਂ ਝੰਜੂੜੀਆਂ ਪਈਆਂ, 7 ਮਹੀਨੇ ਹੋ ਗਏ, ਪੇੜਾਂ ਦੇ ਪੱਤੇ ਵੀ ਖਾਲੀ ਹੋ ਗਏ ਨੇ। ਹੁਣ ਉਹ ਸਿੰਘ ਮਹਾਰਾਜ ਕੋਲ ਦੁਬਾਰਾ ਆਏ ਇਕੱਠੇ ਹੋ ਕੇ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ, ਨਹੀਂ ਬਈ, ਅਸੀਂ ਤਾਂ ਸਾਹਮਣੇ ਤੁਹਾਨੂੰ ਦਿਖਾਤਾ, ਅਸੀਂ ਤਾਂ ਕਿਲਾ ਨਹੀਂ ਛੱਡਣਾ ਚਾਹੁੰਦੇ। ਬਾਕੀ ਜਿੰਨੇ ਕਿਲਾ ਛੱਡਣਾ ਹੈ, ਜਿਹੜਾ ਕਹਿੰਦਾ ਵੀ ਮੈਂ ਕਿਲਾ ਛੱਡਣਾ ਹੈ, ਉਹ ਸਾਨੂੰ ਵਿਦਾਵਾ ਲਿਖ ਕੇ ਦੇ ਦੇਵੇ ਬਈ ਮੈਂ ਗੁਰੂ ਦਾ ਸਿੰਘ ਨਹੀਂ ਤੇ ਗੁਰੂ ਮੇਰਾ ਗੁਰੂ ਨਹੀਂ। ਇਹ ਗੱਲ ਜਦੋਂ ਸੁਣੀ, ਸਿੰਘਾਂ ਨੇ ਮੂੰਹ ਨੀਵੇਂ ਕਰ ਲਏ। ਹੁਣ ਆਪਣੇ ਗੁਰੂ ਨੂੰ ਇਹ ਗੱਲ ਕੌਣ ਲਿਖ ਕੇ ਦੇਵੇ ਵੀ ਮੈਂ ਤੇਰਾ ਗੁਰੂ ਨਹੀਂ, ਤੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੁਹਾਡਾ ਸਿੱਖ ਨਹੀਂ, ਤੁਸੀਂ ਮੇਰੇ ਗੁਰੂ ਨਹੀਂ। ਇਹ ਗੱਲ ਲਿਖਣ ਨੂੰ ਕੋਈ ਤਿਆਰ ਨਹੀਂ ਹੋਇਆ, ਵਿਦਾਵਾ ਲਿਖਣ ਨੂੰ। ਸੋ ਖਾਲਸਾ ਜੀ, ਹੁਣ ਅਸੀਂ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਿੰਘ ਬਾਰ-ਬਾਰ ਬੇਨਤੀ ਕਰਦੇ ਨੇ ਕਿਲਾ ਛੱਡੋ। ਦੂਜੇ ਪਾਸੇ ਜਿਹੜੇ ਸਿੰਘ ਨੇ ਉਹ ਬੇਨਤੀ ਕਰਦੇ ਨੇ ਕਿਲਾ ਛੱਡਣ ਦੀ, ਮਹਾਰਾਜ ਕਹਿੰਦੇ ਨਹੀਂ ਛੱਡਣਾ। ਉਨ ਦੋਨਾਂ ਦੇ ਅੰਦਰ ਕੀ ਫੈਸਲਾ ਹੁੰਦਾ ਉਹ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹਾਂਜੀ ਸੰਗਤ ਜੀ, ਇੱਕ ਗੁਰਮੁਖ ਪਿਆਰੇ ਭਾਈ ਦਿਲਰਾਜ ਸਿੰਘ ਜੀ, ਭਾਈ ਅਭੀਤ ਸਿੰਘ ਜੀ, ਐਕਸਪੀਰੀਅੰਸ ਸਿੱਖੀ ਵਾਲੇ ਜਿੰਨੇ ਵੀ ਸਿੰਘ ਨੇ, ਉਹਨਾਂ ਵੱਲੋਂ ਇੱਕ ਬੇਨਤੀ ਹੈ। 26 ਤਰੀਕ ਦਿਨ ਐਤਵਾਰ ਨੂੰ, ਕ੍ਰਿਸਮਸ ਤੋਂ ਅਗਲੇ ਦਿਨ ਸਾਰਿਆਂ ਦੀ ਛੁੱਟੀ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਇੱਥੇ ਸਾਡੇ ਯੂਥ ਬੱਚੇ ਵੀ ਬੈਠੇ ਨੇ, ਸਟੂਡੈਂਟ ਵੀ ਬੈਠੇ ਨੇ। ਸ਼ਾਮ ਨੂੰ 5 ਤੋਂ 5:30 ਸ਼ਬਦ ਚੌਂਕੀ ਨਿਸ਼ਾਨ ਸਾਹਿਬ ਦੇ ਕੋਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਮੂਹਰੇ ਇਹ ਸਿੰਘਾਂ ਨੇ ਉਲੀਕੀ ਆ। ਭਾਈ ਸਾਰਿਆਂ ਨੂੰ ਬੇਨਤੀ ਹੈ, ਸ਼ਾਮ ਨੂੰ 5 ਤੋਂ 5:30 ਵਜੇ ਐਤਵਾਰ ਵਾਲੇ ਦਿਨ, ਇਹ ਵਾਲਾ ਐਤਵਾਰ ਨਹੀਂ, ਅਗਲਾ ਐਤਵਾਰ, ਉਹ ਤੁਸੀਂ ਨਿਸ਼ਾਨ ਸਾਹਿਬ ਦੇ ਕੋਲ ਇਕੱਠੇ ਹੋਣਾ ਹੈ। ਉਪਰੰਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਥਾਏ ਸ਼ਬਦ ਪੜ੍ਹਨੇ ਨੇ, ਉਹ ਅਸੀਂ ਸਾਰਿਆਂ ਨੇ ਸ਼ਬਦ ਚੌਂਕੀ 'ਚ ਹਾਜ਼ਰੀ ਭਰਨੀ ਹੈ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਤੇ ਸ਼ਹੀਦੀ ਜਿਹੜਾ ਸਫ਼ਰ ਚੱਲ ਰਿਹਾ, ਉਹਦੀ ਕਥਾ ਰੋਜ਼ ਦੀਵਾਨਾਂ ਦੇ ਅੰਦਰ 6:30 ਤੋਂ 7 ਵਜੇ ਦਾ ਟਾਈਮ ਹੈ, ਪਰ ਮੈਂ ਮਾਫੀ ਚਾਹਨਾ 15 ਮਿੰਟ ਉੱਤੇ ਲੈ ਜਾਏ ਜਾਂਦੇ ਨੇ ਕਿਉਂਕਿ ਪ੍ਰਸੰਗ ਪੂਰਾ ਕਰਨਾ ਪੈਂਦਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਇਤਿਹਾਸ ਵੀ ਰੋਜ਼ ਲੜੀਵਾਰ ਚੱਲ ਰਿਹਾ, ਤਕਰੀਬਨ 31 ਦਸੰਬਰ ਤੱਕ ਚੱਲੇਗਾ। ਜਿਹੜੇ ਮਾਈ ਭਾਈ ਲਾਈਵ ਸੁਣ ਰਹੇ ਨੇ ਉਹ ਲਾਈਵ ਸੁਣੀ ਜਾਣ, ਕਿਉਂਕਿ ਆਣਾ ਔਖਾ ਹੋ ਜਾਂਦਾ ਹੈ। ਜਿਹੜੇ ਆ ਕੇ ਸੰਗਤ ਹੀ ਸੁਣ ਸਕਦੇ ਨੇ, ਇਹ ਆਪਣੇ ਸ਼ਹੀਦਾਂ ਦਾ ਇਤਿਹਾਸ ਜ਼ਰੂਰ ਸੁਣੀਏ। ਕੱਲ ਦੇ ਪ੍ਰਸੰਗਾਂ ਦੇ ਅੰਦਰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਿਹੜਾ ਸਿੰਘਾਂ ਨੇ ਬਦਾਵਾ ਲਿਖਿਆ ਉਹ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।